ਧਾਰ ਕੈ ਮੂਰਤ ਹੈ ਜਗ ਆਇਓ। ਲੋਕ ਸੁਣਿਓ ਪਰ ਲੋਕ ਸੁਣਿਓ, ਬਿਰਦ ਲੋਕ ਸੁਣਿਓ ਸਭ ਦਰਸ਼ਨ ਪਾਇਓ। ਸੰਗਤ ਪਰ ਉਤਾਰਨ ਕੋ, ਗੁਰੂ ਨਾਨਕ ਸਾਹਿਬ ਪੰਥ ਚਲਾਇਓ। ਵਾਹਿਗੁਰੂ ਗੁਰੂ ਨਾਨਕ ਸਾਹਿਬ, ਧਾਰ ਕੈ ਮੂਰਤ ਹੈ ਜਗ ਆਇਓ। ਸੁਣੀ ਅਰਦਾਸ ਸੁਆਮੀ ਮੇਰਾ, ਸਰਬ ਕਲਾ ਬਣ ਆਈ। ਪ੍ਰਗਟ ਭਈ ਸਗਲੇ ਜੁਗ ਅੰਤਰ, ਗੁਰ ਨਾਨਕ ਕੀ ਵਡਿਆਈ। ਸਤਿਗੁਰ ਨਾਨਕ ਪ੍ਰਗਟਿਆ, ਮਿਟੀ ਧੁੰਦ ਜਗ ਚਾਨਣ ਹੁਆ। ਜਿਉ ਕਰ ਸੂਰਜ ਨਿਕਲਿਆ, ਤਾਰੇ ਛਪੇ ਅੰਧੇਰ ਪਲੂਆ। ਜੁਗੋ ਜੁਗ ਅਟਲ, ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਜੀ ਦੇ ਜੋਤ ਸਰੂਪ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਿਰਾਜਮਾਨ ਧੰਨ ਧੰਨ ਮਾਤ ਗੁਜਰੀ ਜੀ ਦੇ ਪਵਿੱਤਰ ਅਸਥਾਨ ਸਵਰਾਜ ਨਗਰ ਖਰੜ ਵਿਖੇ ਜਗਤ ਜਲੰਦੇ ਦੇ ਤਾਰਨਹਾਰ, ਸਮੁੱਚੀ ਮਾਨਵਤਾ ਦੇ ਸਰਬ ਸਾਂਝੇ ਰਹਿਬਰ, ਆਨੰਦ ਦੇ ਦਾਤੇ, ਕਲਿਆਣਕਾਰੀ ਸਤਿਗੁਰੂ, ਅਗਮ ਅਗਾਧ ਪੁਰਖ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦਿਹਾੜੇ ਦੇ ਸੰਬੰਧ ਦੇ ਵਿੱਚ ਸਜੇ ਹੋਏ ਗੁਰਮਤਿ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰੂ ਪਿਆਰੇ ਸਤਸੰਗੀ ਜਨੋ, ਬਹੁਤ ਸੁਭਾਗਸ਼ਾਲੀ ਹਾਂ ਜੋ ਸਤਿਗੁਰੂ ਜੀ ਦੀ ਵਡਿਆਈ ਨੂੰ ਵਿਚਾਰਨ ਵਾਸਤੇ, ਮਨੁੱਖਾ ਜੀਵਨ ਨੂੰ ਸਫਲ ਕਰਨ ਖਾਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਸਜੇ ਦੀਵਾਨ ਦੀਆਂ ਹਾਜ਼ਰੀਆਂ ਭਰ ਰਹੇ ਹਨ। ਸਤਿਕਾਰਯੋਗ ਮਾਤਾਵਾਂ ਜੀ ਦੇ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਤੋਂ ਉਚਾਰਨ ਕੀਤੀ ਹੋਈ ਸਤਿਗੁਰੂ ਮਹਿਮਾ, ਕਿਉਂਕਿ ਆਪਾਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਪ੍ਰਕਾਸ਼ ਗੁਰਪੁਰਬ ਮਨਾ ਰਹੇ ਹਾਂ ਤੇ ਪਿੱਛੇ ਦੀਵਾਨ ਦੇ ਵਿੱਚ ਆਪਾਂ ਸਤਿਗੁਰੂ ਕੀ ਮਹਿਮਾ ਕੀ ਹੈ ਇਹਦੇ ਬਾਰੇ ਵਿਚਾਰ ਕੀਤੀ ਵੀ ਸਤਿਗੁਰੂ ਦੀ ਮਹਿਮਾ ਕਰਨ ਦੇ ਨਾਲ ਸਿੱਖ ਨੂੰ ਕੀ ਫਲ ਪ੍ਰਾਪਤ ਹੁੰਦਾ ਹੈ। ਤੇ ਆਓ ਸਾਧ ਸੰਗਤ ਜੀ ਰਲ ਮਿਲ ਕੇ ਸਤਿਗੁਰੂ ਗੁਰੂ ਨਾਨਕ ਦੇਵ ਮੇਰਾ ਮਹਾਰਾਜ ਜੀ ਦੀ ਮਹਿਮਾ ਕਰੀਏ, ਸਾਡੀ ਹਾਜ਼ਰੀ ਗੁਰੂ ਦਰ ਤੇ ਪ੍ਰਵਾਨ ਹੋ ਜਾਵੇ। ਸਤਿਕਾਰਯੋਗ ਮਾਤਾਵਾਂ ਦੇ ਪਾਸੋਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਵਾਰ
ਜਿਹਦੇ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਸਿੱਧ ਪ੍ਰਸ਼ਨ ਕਰਦੇ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਉਹਨਾਂ ਪ੍ਰਸ਼ਨਾਂ ਦਾ ਉੱਤਰ ਦਿੰਦੇ ਆ। ਉਹ ਸਾਰਾ ਕੀਰਤਨ ਰੂਪ ਦੇ ਵਿੱਚ ਆਪਾਂ ਸਰਵਣ ਕੀਤਾ। ਸੋ ਕੁਝ ਸਮੇਂ ਵਾਸਤੇ ਟਿਕਾ ਬਣਾਈਏ। ਸਤਿਗੁਰੂ ਦੀ ਹਜ਼ੂਰੀ ਵਿੱਚ ਜਦੋਂ ਗੁਰੂ ਕਾ ਸਿੱਖ ਬੈਠਦਾ ਹੈ, ਆਪਾਂ ਘਰੋਂ ਮਹਾਰਾਜ ਜੀ ਦਾ ਗੁਰਪੁਰਬ ਮਨਾਉਣ ਵਾਸਤੇ ਸਾਧ ਸੰਗਤ ਜੀ ਆਏ ਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਸਭ ਤੋਂ ਪਹਿਲਾ ਸਿਧਾਂਤ ਹੀ ਸੰਗਤ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਹੋਇਆ ਸਾਡੇ ਜੀਵਨ ਨੂੰ ਸਵਾਰਨ ਵਾਸਤੇ ਸਭ ਤੋਂ ਨਵੇਕਲਾ ਜਿਹੜਾ ਮਹਾਰਾਜ ਜੀ ਦਾ ਸਿਧਾਂਤ ਉਹ ਸੰਗਤ ਹੈ। ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਭਾਈ ਭੂਮੀਏ ਨੂੰ, ਜਿਹੜਾ ਭੂਮੀਆ ਚੋਰ ਕਹਿਲਾਉਂਦਾ ਸੀ, ਉਸ ਦੇ ਘਰ ਦੇ ਵਿੱਚ ਜਾ ਕੇ ਮਹਾਰਾਜ ਜੀ ਨੇ ਵਡਿਆਈ ਕੀਤੀ। ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸ਼ਰਣੀ ਲੱਗਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਬੇਨਤੀ ਕਰਨ ਲੱਗਾ, ਪਾਤਸ਼ਾਹ ਸਿੱਖ ਬਣਾ ਲਓ। ਤੇ ਮਹਾਰਾਜ ਕੋਈ ਉਪਦੇਸ਼, ਕੋਈ ਸਿੱਖਿਆ ਦਿਓ। ਤੇ ਗੁਰੂ ਬਾਬਾ ਜੀ ਨੇ ਇਤਿਹਾਸ ਅੰਦਰ ਇਹ ਅੱਖਰ ਅੰਕਿਤ ਹੈ। ਮਹਾਰਾਜ ਜੀ ਨੇ ਕਿਹਾ ਵੀ ਪਰਮੇਸ਼ਰ ਦੀ ਸਿਫਤ ਕਰਿਆ ਕਰ ਤੇ ਸੰਗਤ ਕਰਿਆ ਕਰ। ਇਤਿਹਾਸ ਆਪਾਂ ਸਾਰਿਆਂ ਹੀ ਪੜ੍ਹਿਆ ਸੁਣਿਆ। ਪਹਿਲਾਂ ਚੋਰ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ ਸੰਗਤ ਪ੍ਰਾਪਤ ਹੋ ਗਈ, ਸਾਧੂ ਸੰਤ ਬਣ ਗਿਆ। ਸਾਨੂੰ ਚੋਰਾਂ ਨੂੰ, ਵਿਕਾਰਾਂ ਨੂੰ, ਟੁੱਟਿਆ ਹੋਇਆਂ ਨੂੰ ਜੋੜਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਸ੍ਰਿਸ਼ਟੀ ਦੇ ਵਿੱਚ ਆਏ ਨੇ। ਮਹਾਰਾਜ ਜੀ ਦੀ ਵਡਿਆਈ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿਹਾ ਨਾ, ਸੁਣੀ ਪੁਕਾਰ ਦਾਤਾਰ ਪ੍ਰਭ ਗੁਰੂ ਨਾਨਕ ਜਗ ਮਾਹਿ ਪਠਾਇਆ। ਵੀ ਅਨਿਆਂ ਹੀ ਹੋ ਰਿਹਾ ਸੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤੇ ਤੋਂ ਤੱਕ ਕਿਹਾ ਵੀ ਧਰਮ ਦੀ ਗੱਲ ਕਰਨ ਵਾਲਾ ਕੋਈ ਨਹੀਂ ਰਿਹਾ। ਆਪਾਂ ਕੀਰਤਨ ਰੂਪ ਦੇ ਵਿੱਚ ਸੁਣਿਆ ਨਾ, ਸਿੱਧ ਸ਼ਬ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਮਹਾਰਾਜ ਸਿੱਧਾਂ ਨੂੰ ਕਹਿ ਰਹੇ ਵੀ ਤੁਸੀਂ ਤੇ 19,000 ਵਰਗ ਫੁੱਟ ਉੱਚਾ ਸੁਮੇਰ ਪਰਬਤ ਦੀ ਚੋਟੀ ਤੇ ਬਹਿ ਗਏ ਤੇ ਜਗਤ ਦੇ ਵਿੱਚ ਵਿਚਰਨ ਵਾਲੀ ਲੁਕਾਈ ਦਾ ਭਲਾ ਕਿਵੇਂ ਹੋਣਾ। ਸਿੱਧ ਸਾਬ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਵਡਿਆਈ ਭਾਈ ਗੁਰਦਾਸ ਜੀ ਕੋਲੋਂ ਸ਼ਰਵਣ ਕਰਦੇ। ਭਾਈ ਗੁਰਦਾਸ ਜੀ ਕਹਿੰਦੇ, ਬਾਬਾ ਦੇਖੈ ਧਿਆਨ ਧਰ ਜਲਤੀ ਸਭ ਪ੍ਰਿਥਵੀ ਦੇਸੀ ਆਈ। ਉਹਦੇ ਵਿੱਚ ਅਸੀਂ ਨਹੀਂ ਸੀ, ਸੜ ਰਹੇ ਸੀ। ਕੋਈ ਈਰਖਾ ਦੀ ਅੱਗ ਵਿੱਚ, ਕੋਈ ਹੰਕਾਰ ਦੀ ਅੱਗ ਵਿੱਚ, ਕੋਈ ਲੋਭ ਦੀ ਅੱਗ ਵਿੱਚ, ਕੋਈ ਲਾਲਚ ਦੀ ਅੱਗ ਦੇ ਵਿੱਚ। ਤੇ ਜਗਤ ਜਲੰਦੇ ਦੇ ਤਾਰਨ ਖਾਤਰ ਪਰਮੇਸ਼ਰ ਨੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਲੁਕਾਈ ਦੇ ਭਲੇ ਵਾਸਤੇ ਭੇਜਿਆ। ਤੇ ਮਹਾਰਾਜ ਜੀ ਨੇ ਸਾਡੀ ਜੀਵਾਂ ਦੀ ਪੁਕਾਰ ਸਰਵਣ ਕੀਤੀ ਤੇ ਸ੍ਰਿਸ਼ਟੀ ਨੇ ਪੁਕਾਰ ਕੀਤੀ ਪਰਮੇਸ਼ਰ ਦੇ ਚਰਨਾਂ ਵਿੱਚ। ਤੇ ਫਿਰ ਸ੍ਰਿਸ਼ਟੀ ਦੀ ਪੁਕਾਰ ਸੁਣ ਕੇ ਗੁਰੂ ਨਾਨਕ ਜਗ ਮਾਹਿ ਪਠਾਇਆ। ਉਸ ਬਾਬੇ ਦੀ ਮਹਿਮਾ ਕਰਨ ਵਾਸਤੇ ਸਾਧ ਸੰਗਤ ਜੀ ਅੱਜ ਦਾ ਸਮਾਗਮ ਆਯੋਜਿਤ ਹੋਇਆ। ਜਿੰਨੇ ਵੀ ਸੰਗਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਬਿਰਾਜਮਾਨ ਹੈ, ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ, ਟਿਕਾ ਦੀ ਦਾਤ ਬਣਾਈਏ ਤੇ ਸੰਗਤੀਆਂ ਵਾਲਾ ਮਾਹੌਲ ਬਣਾਈਏ। ਆਪਾਂ ਜੇ ਇੱਥੇ ਆਪਾਂ ਸੰਗਤ ਵਿੱਚ ਬੈਠ ਕੇ ਗੱਲਾਂ ਬਾਤਾਂ ਕਰਕੇ ਵਾਪਸ ਚਲੇ ਗਏ ਤੇ ਗੁਰੂ ਬਾਬਾ ਜੀ ਜਿਹੜੇ ਦੂਸਰੇ ਧਰਮ ਵਾਲਿਆਂ ਨੂੰ ਸੰਗਤ ਦਾ ਉਪਦੇਸ਼ ਦਿੰਦੇ ਨੇ ਕਿ ਜੇ ਰੱਬ ਦੀ ਨਮਾਜ਼ ਕਰਨੀ ਹੈ ਸੁਲਤਾਨਪੁਰ ਲੋਧੀ ਤੇ ਟਿਕ ਕੇ ਕਰਿਆ ਕਰ। ਕਾਜੀ ਤੇਰਾ ਧਿਆਨ ਨਮਾਜ਼ ਦੇ ਵਿੱਚ ਨਹੀਂ ਹੈ। ਤੇਰੇ ਘਰ ਤੇ ਘੋੜੀ ਸੋਈ ਸੀ, ਤੇਰਾ ਧਿਆਨ ਤੇ ਉੱਥੇ ਸੀ। ਤੇ ਜੇ ਨਮਾਜ਼ ਦਾ ਸਹੀ ਮਾਇਨਿਆਂ ਦੇ ਵਿੱਚ ਫਾਇਦਾ ਲੈਣਾ, ਮਨ ਨੂੰ ਆਨੰਦਿਤ ਕਰਨਾ ਹੈ ਤੇ ਮਨ ਨੂੰ ਟਿਕਾਉਣ ਦੀ ਜਾਚ ਸਿੱਖ। ਨਵਾਬ ਜੇ ਸਮਾਂ ਕੱਢ ਕੇ
ਰੱਬ ਦੀ ਇਬਾਦਤ ਕਰਨ, ਅੱਲਾ ਦੀ ਇਬਾਦਤ ਕਰਨ ਮਸਜਿਦ ਵਿੱਚ ਆ ਗਿਆ ਤੇ ਮਨ ਨੂੰ ਟਿਕਾਉਣ ਦੀ ਜਾਚ ਸਿੱਖ। ਜੇ ਮਨ ਟਿਕ ਜਾਵੇਗਾ ਤੇ ਤੇਰਾ ਭਲਾ ਹੋ ਜਾਵੇਗਾ, ਲੋਕ ਪਰਲੋਕ ਦੋਵੇਂ ਸਬਰ ਜਾਣਗੇ। ਤੇ ਸਾਧ ਸੰਗਤ ਜੀ, ਹੱਥ ਜੋੜ ਕੇ ਬੇਨਤੀ ਹੈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਆਪਾਂ ਵਡਿਆਈ ਕਰਨੀ ਹੈ। ਆਓ ਸਾਰੇ ਹਿਰਦੇ ਟਿਕਾਈਏ ਤੇ ਚੌਂਕੜੇ ਮਾਰੀਏ ਧਿਆਨ। ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਪਾਤਸ਼ਾਹ, ਸਾਡੇ ਏਡੇ ਭਾਗ ਤੇ ਹੈ ਨਹੀਂ ਸੀ ਕਿ ਤੁਹਾਡੀ ਸੰਗਤ ਪ੍ਰਾਪਤ ਹੋ ਸਕੇ। ਮਹਾਰਾਜ ਨੇ ਕਿੰਨੀ ਵਡਿਆਈ ਸਾਨੂੰ ਦਿੱਤੀ। ਰੁਲਦਿਆਂ ਫਿਰਦਿਆਂ ਨੂੰ ਮਹਾਰਾਜ ਜੀ ਨੇ ਸੰਗਤ ਦੇ ਦਿੱਤੀ, ਆਪਣੀ ਸੋਭਤ ਦੇ ਦਿੱਤੀ, ਗੁਰੂ ਕੀ ਸਿੱਖੀ ਵਾਲਾ ਜੀਵਨ ਦੇ ਦਿੱਤਾ, ਸਮਾਂ ਦੇ ਦਿੱਤਾ, ਦੇ ਰੋਗਤਾ ਦੇ ਦਿੱਤੀ। ਹੋਰ ਸਾਨੂੰ ਕੀ ਚਾਹੀਦਾ। ਗੁਰੂ ਰਾਮਦਾਸ ਮਹਾਰਾਜ ਜੀ ਦੇ ਕੋਲ ਅਰਦਾਸ ਕਰਨੀ ਸਿੱਖੀਏ। ਮਹਾਰਾਜ ਜੀ ਕਹਿੰਦੇ, ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ। ਜੇ ਸਿਫਤ ਕਰਨੀ ਸਿੱਖਣੀ ਹੈ ਤੇ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦੇ ਕੋਲ ਸੰਗਤ ਜੀ ਸਿੱਖੀਏ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਪਰਾਧੀ ਤਰਿਆ ਰੇ, ਗੁਰ ਨਾਨਕ ਜਿਨ ਸੁਣਿਆ ਵੇਖਿਆ, ਸਿਫਿਰ ਗਰਬਾਸ ਨਾ ਭਰਿਆ। ਆਓ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਵਿੱਚ ਧਿਆਨ ਟਿਕਾਓ। ਗੁਰੂ ਕੀ ਬਖਸ਼ਿਸ਼ ਕੀਤੀ ਹੋਈ ਫਤਿਹ ਬਅਦਬ ਸਹਿਤ ਪ੍ਰਵਾਨ ਕਰੋ ਜੀ। ਸਰਬੱਤ ਸੰਗਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਦੇ ਵਿੱਚ ਵਿਚਾਰ ਤੇ ਕੁਝ ਹੋਰ ਸੀ, ਪਰ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ, ਕਿਉਂਕਿ ਸਿੱਧ ਜੋਗੀਆਂ ਦੀ ਵਾਰਤਾ ਕੀਰਤਨ ਦੇ ਰੂਪ ਦੇ ਵਿੱਚ ਚੱਲ ਰਹੀ ਸੀ, ਤੇ ਅੱਜ ਆਪਾਂ ਰਲ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਹੀ ਕਰਨੀ। ਸਿੱਧਾਂ ਨੇ ਜੋ ਬਚਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਬਤ ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਦੇ ਵਿੱਚੋਂ ਸਾਨੂੰ ਪ੍ਰਾਪਤ ਹੁੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਸਿੱਧ ਬੋਲਣ ਸ਼ੁਭ ਬਚਨ। ਇਹ ਉਹੀ ਸਿੱਧ ਜੋਗੀ। ਕਿਹੜੇ ਬਚਨ ਬੋਲਦੇ? ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗ ਅੰਦਰ ਜੋਤ ਜਗਾਈ। ਸਤ ਸੰਗਤ ਜੀ, ਵਡਿਆਈ ਵਿਚਾਰਣੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕੀਰਤਨ ਹੋ ਰਿਹਾ ਸੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਧ ਸੰਗਤ ਜੀ ਦੂਸਰੀ ਉਦਾਸੀ, ਨਾਲ ਨਾਲ ਆਪਾਂ ਗੁਰਬਾਣੀ ਵਾਲਾ ਪੱਖ, ਇਤਿਹਾਸ ਵਾਲਾ ਪੱਖ, ਗੁਰੂ ਬਾਬੇ ਕੀ ਵਡਿਆਈ ਦੇ ਵਿੱਚ ਕੀ ਹੈ, ਜਿਹਦੀ ਵਡਿਆਈ ਸਿੱਧਾਂ ਨੇ ਕੀਤੀ। ਗੋਰਖਨਾਥ ਵਰਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਿਹੜਾ ਸਮੇਂ ਦਾ ਵਿਦਵਾਨ ਹੈ, ਜਿਹੜਾ ਸਿੱਧਾਂ ਦੇ ਵਿੱਚ ਪ੍ਰਮੁੱਖ ਸਥਾਨ ਹਾਸਲ ਕਰ ਚੁੱਕਾ, ਉਹ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਪੈ ਗਿਆ। ਵਿਚਾਰ ਚਰਚਾ ਹੁੰਦੀ ਨਾਨਕ ਮਤਾ ਸਾਹਿਬ ਜੀ ਦੇ ਸਥਾਨ ਦੇ ਉੱਪਰ, ਜਿਹੜਾ ਪਹਿਲਾਂ ਗੋਰਖ ਮਤਾ ਸੀ। ਵਡਭਾਗੀ ਨੇ ਜਿਨ੍ਹਾਂ ਨੇ ਉਸ ਸਥਾਨ ਦੇ ਦਰਸ਼ਨ ਕੀਤੇ। ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਚਰਚਾ ਹੋਈ, ਬੜੇ ਸਵਾਲ ਜਵਾਬ ਕੀਤੇ। ਅੱਜ ਵੀ ਨਾਨਕ ਮਤਾ ਸਾਹਿਬ ਜੀ ਦੇ ਸਥਾਨ ਦੇ ਦਰਸ਼ਨ ਕਰੋ। ਇੱਕ ਟੋਆ ਪੁੱਟ ਕੇ ਜ਼ਮੀਨ ਦੇ ਵਿੱਚ ਲੇਟਿਆ ਹੋਇਆ ਸੀ ਵੀ ਉਹ ਕਹਿੰਦੇ ਵੀ ਸ੍ਰਿਸ਼ਟੀ ਆਵਾਜ਼ ਦੇ ਰਹੀ ਹੈ ਵੀ ਸਿੱਧ ਹੀ ਸ੍ਰੇਸ਼ਟ ਨੇ। ਮਹਾਰਾਜ ਜੀ ਤੇ ਆਏ, ਭਰਮ ਤੋੜ ਸੀ। ਗਿਆਨੀ ਰਤਨ ਸਿੰਘ ਜੀ ਭੰਗੂ ਹੋਣਾ ਲਿਖਿਆ ਵੀ ਜਿੱਥੇ ਜਿੱਥੇ ਵੀ ਪਾਪ ਵੱਧਦਾ, ਲੋਕ ਧਰਮ ਤੋਂ ਭਟਕ ਕੇ ਦੂਸਰੇ ਰਸਤੇ ਤੁਰਦੇ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਉਹਨਾਂ ਨੂੰ ਉਧਾਰ ਕਰਨ ਵਾਸਤੇ ਪਹੁੰਚ ਜਾਂਦੇ ਸੀ। ਉਹ ਧਰਤੀ ਵਿੱਚ ਬੈਠ ਗਏ। ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਕਹਿੰਦੇ ਵੀ ਧਰਤੀ ਆਵਾਜ਼ ਦੇ ਰਹੀ ਵੀ ਸਿੱਧ ਸ੍ਰੇਸ਼ਟ ਹੈ। ਮਹਾਰਾਜ ਜੀ ਨੇ ਭਰਮ ਤੋੜ ਦਿੱਤਾ। ਬੜੇ ਮਹਾਰਾਜ ਜੀ ਦੇ ਅਸਥਾਨ ਨੇ, ਨਾਨਕ ਮਤਾ ਸਾਹਿਬ ਜੀ ਦੇ ਅਸਥਾਨ ਤੇ ਮਹਾਰਾਜ ਜੀ ਨੂੰ ਫਿਰ ਕਹਿੰਦੇ ਵੀ ਰੀਠੇ ਖਵਾਓ, ਕੋਈ ਮਿੱਠਾ ਪ੍ਰਸ਼ਾਦ ਖਵਾਓ। ਮਹਾਰਾਜ ਜੀ ਨੇ ਉਹ ਪ੍ਰਸ਼ਾਦ ਖਵਾਇਆ। ਫਿਰ ਉਹ ਬੋੜ ਪਿੱਪਲ ਦਾ ਰੁੱਖ ਅੱਜ ਵੀ ਅਸੀਂ ਵੇਖ ਰਹੇ ਹੋ, ਅਜਮਤ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਾਨੂੰ ਵਿਖਾ ਰਿਹਾ। ਤੇ ਜੇ ਬਾਬਾ ਜੀ ਨਾਲ ਕਿਤੇ ਬਟਾਲੇ, ਅਚਲ ਬਟਾਲੇ ਮੇਲਾ ਸੁਣ ਸ਼ਿਵਰਾਤ ਦਾ, ਬਾਬਾ ਅਚਲ ਬਟਾਲੇ ਆਈ। ਇੱਥੇ ਵੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬੜੀ ਵੱਡੀ ਵਾਰਤਾਲਾਪ ਹੋਈ। ਸੁਮੇਰ ਪਰਬਤ ਤੇ ਵਾਰਤਾਲਾਪ ਹੋਈ। ਪਿਛਲੇ ਸਥਾਨ ਤੇ ਜ਼ਿਕਰ ਕਰਕੇ ਆਏ
इत्ते गुरु नानक देव महाराज जी ने मुंदा संतोख सरमपत झोली त्यान कि करे विभूत खिंथा काल कुआरी काया जुगत डंडा प्रतीत। ये बाल गुंदाई एक जोगी होया बाल गुंदाई। उन्हें गुरु नानक देव महाराज नूं बड़े गंभीर प्रश्न किए। गुरु नानक देव महाराज जी दे नाल जो विचार चर्चा के गुरु नानक देव महाराज जी की वडियाई प्राप्त हुई, टह के चरनी पिया। फिर महाराज जी को उपदेश मंगता भी महाराज जी असल योग मत दस दिओ, सानू योग मत का पता नहीं लगा। तो महाराज जी ने योग के अर्थ करके उस बाल गुंदाई जोगी ने दसिया कि योग के अर्थ आ ने, आ कन दे विच मुंदरां पाउणियां, आ संतोख धारण धरना, आ चिप्पी लैनी है, तो तुहाडा योग प्रफुल्लित होएगा। सतगुरु गुरु नानक देव महाराज जी नूं बड़े बड़े गंभीर प्रश्न गुरु नानक देव महाराज जी के जीवन इतिहास विचों वेखोगे, पर जिन्ने गंभीर प्रश्न गुरु नानक देव महाराज जी नूं सिद्धां ने कीते ने, उन्हें सत्संग जी किसी होर ने नहीं कीते। रामकली राग दे विच सतगुरु गुरु नानक देव महाराज जी की पावन बाणी है सिद्ध गोष्ठ, जिस बाणी का नाम है सिद्ध गोष्ठ। गुरु नानक देव महाराज जी की सिद्धां नाल गोष्ठी हुई, विचार हुई। ते वडभागी पुरख ने जिन्हां ने घर दे विच सहज पाठ किया होएगा विचार के, ते सतगुरु गुरु नानक देव महाराज जी नूं किहड़े किहड़े प्रश्न कीते, ते गुरु बाबा जी ने फिर किस तरीके दे नाल उन्हां प्रश्नां नूं हल करके दस्सिया। वो सारे रामकली राग दे विच सिद्ध गोष्ठ नाम बाणी दे सिरलेख हेठ गुरु ग्रंथ साहिब महाराज जी की पावन बाणी विच दर्ज ने। कीर्तन का पाठ हो रहा सी। इस तो पहली वार जिहड़ी जदों गुरु नानक देव महाराज जी सुमेर पर्बत ते गए, साडे इतिहास विच साध संगत जी जिहड़ा सुमेर पर्बत है, ये सिखां ने भी खोज की है, ते जिहड़े सिखां तो बाहरी विद्वान होए ने उन्होंने भी लभण का यतन किया, क्योंकि खास चोटी तो नहीं है। केस उदासी के समय गए गुरु नानक देव महाराज जी कितना समा रहे, इतिहासक सर्वेखण तो बाद इस नतीजे ते पुजे भी उस गलेशियर की चोटी की उचाई 19,000 वर्ग फुट उची है। जिस चोटी की परबत उपर गुरु नानक देव महाराज जी की वार आपां कीर्तन रूप में श्रवण कर रहे सी ना, ते सारा साल ही उत्थे बर्फ पई रहिंदी है। ते जदों अगस्त के महीने दे विच बर्फ पिघलदी है ना, ते सब तो वध तरह के फुल्लां दा खड़ा जिहड़ा है उस गलेशियर की चोटी उपर हुंदा है। साडे भारत वर्ष दे विच एक कमल फुल की बड़ी महानता है। बड़े पुराणा शास्त्रां दे विच एक ब्रह्म कमल का जिक्र किया मिलता है। वो ब्रह्म कमल जिहड़ा है वो सिर्फ उस चोटी के उपर खिलदा है। ਉਹਦੀ सुगंधी इन्नी तेज है, इन्नी मिठी, इन्नी मधुर है कि ਉਹਦੀ सुगंधी मन ਨੂੰ ਇਕਾਗਰ कर ਦਿੰਦੀ है। भी वो जोगी उस चोटी के उपर ਰਹਿੰਦੇ ਸੀ, ਤੇ ਜਦੋਂ गुरु बाबा जी गए तो सारे का सारा पर्बत ही, क्योंकि उच्ची चोटी है, बर्फ के नाल ढकिया होया। हुण माड़ा जिहा महसूस करिए, अज तो बड़े साधन हो गए, बड़े कपड़े ठंड तो बचाव वास्ते जिहड़े सी तरह तरह के बूट आ गए, तो तरह तरह के नुकीले हथियार जिहड़े आ पर्बतां दे उपर माउंट एवरेस्ट की चोटियां के उपर चढ़ते हैं, कितने उन्होंने सर्च करके वेखो, पढ़ के वेखो कि किन्ना उन्होंने जफर जालना पैंदा। सीधी भाषा में आपां गल करिए, किन्नियां औंकड़ा मुश्किलों का सामना करना पैंदा। ते धन नानक तेरी वड्डी कमाई। सतगुरु गुरु नानक देव महाराज इत्थे उन्हों की कमाई वड्डी, नाल बाबा मरदाना जी भी गए। किड्डी आश्चर्य बात है, जिथे बाबा गया उत्थे उत्थे नाल नाल बाबा मरदाना जी भी गए। पिछे बेनती करके आए कि सब तो वध संगत गुरु नानक देव महाराज जी की जी जीवन काल दे विच कीती है, ते धन बाबा मरदाना जी ने की 53 साल, 53
53 ਜਿਹਨੂੰ ਜਿਹੜੇ ਬੱਚੇ ਸਾਡੇ ਬੈਠੇ 53 ਸਾਲ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ ਕੀਰਤਨ ਦੀ ਸੇਵਾ ਕੀਤੀ, ਸਾਥ ਨਿਭਾਇਆ 53 ਸਾਲ। ਇੱਕ ਦਿਨ ਨਹੀਂ, 2 ਦਿਨ ਨਹੀਂ, ਅੱਜ ਤੇ 10-20 ਦਿਨ। ਸਾਡੀ ਤਾਂ ਲੜਾਈ ਦਾਲ ਤੋਂ ਹੋ ਜਾਂਦੀ ਵੀ ਪ੍ਰਬੰਧਕ ਕਿਤੇ ਲੰਗਰ ਦੇ ਵਿੱਚੋਂ ਦਾਲ ਨਾ ਦੇਣ ਤੇ ਅਸੀਂ ਗੁਰਦੁਆਰਾ ਬਦਲ ਲੈਂਦੇ ਹਾਂ। ਤੇ ਜਿਹੜਾ ਮਾੜਾ ਕੁ ਮਨ ਦੇ ਵਿੱਚ ਖਿਆਲ ਕਰੀਏ ਵੀ ਸਾਡਾ ਪ੍ਰਬੰਧ ਨਾਲ ਸੰਬੰਧ ਨਹੀਂ, ਸਾਡਾ ਗੁਰੂ ਨਾਲ ਸੰਬੰਧ ਹੈ। 53 ਸਾਲ ਸਾਧ ਸੰਗਤ ਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕਰਕੇ ਵੀ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮਰਦਾਨੇ ਕੋਈ ਮੰਗ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਲਏ, ਪਾਤਸ਼ਾਹ ਜਨਮ ਸਾਖੀ ਤੇ ਬੋਲਦੇ ਵੀ ਤੂੰ ਪਰਮੇਸ਼ਰ ਦਾ ਡੂਮ ਹੈ, ਤੈਂ ਪਰਮੇਸ਼ਰ ਡਿੱਠਾ ਹੈ। ਬਾਬਾ ਮਰਦਾਨਾ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਤੂੰ ਪਰਮੇਸ਼ਰ ਦਾ ਡੂਮ ਹੈ, ਚਾਕਰ ਹੈ, ਪਰਮੇਸ਼ਰ ਦਾ ਸਿੱਖ ਹੈ, ਤੈਂ ਖੁਦਾਏ ਡਿੱਠਾ ਹੈ, ਤੂੰ ਖੁਦਾਏ ਵੇਖਿਆ। ਪਰ ਮੇਰਾ ਜੀਵਨ ਮੈਂ ਬਹੁਤ ਸੁਭਾਗਾ ਗਿਣਦਾ ਵੀ ਮੈਂ ਪਰਮੇਸ਼ਰ ਤੇ ਨਹੀਂ ਵੇਖਿਆ, ਮੈਂ ਤੇਰਾ ਡੂਮ ਹੈ, ਮੈਂ ਖੁਦਾਏ ਦੇ ਸਿੱਖ ਦੇ ਦਰਸ਼ਨ ਕੀਤੇ ਹੈ। ਕੋਈ ਮੰਗ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਪਾਤਸ਼ਾਹ ਮੰਗਾਂ ਸਮਾਪਤ ਹੋ ਗਈਆਂ। ਜਦੋਂ ਕੁਰਮ ਦਰਿਆ ਦੇ ਕਿਨਾਰੇ, ਕਿਉਂਕਿ ਹੁਣ ਗੱਲ ਚੱਲ ਪਈ ਬਾਬਾ ਮਰਦਾਨਾ ਜੀ ਦੀ ਸਾਥ ਨਿਭਾਇਆ, ਤੇ ਵਾਰਤਾਲਾਪ ਹੁੰਦੀ, ਅਖੀਰਲਾ ਸਮਾਂ ਆ ਗਿਆ ਬਾਬਾ ਮਰਦਾਨਾ ਜੀ ਦਾ। ਤੇ ਬੜਾ ਪਿਆਰਾ ਮਿੱਤਰ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ, ਉਹਨਾਂ ਨਾਲ ਹੱਸ ਵੀ ਲੈਂਦੇ ਨੇ, ਗੰਭੀਰ ਵੀ ਹੋ ਜਾਂਦੇ ਨੇ, ਆਪਸੀ ਗੱਲਾਂ ਬਾਤਾਂ ਵੀ ਕਰਦੇ ਆ, ਕਿਉਂਕਿ ਪੈਦਲ ਸਾਧਨ ਸੀ। ਕਿਸੇ ਨੇ ਕਿਹਾ ਵੀ ਪਿਓ ਪੁੱਤਰ ਤੁਰੇ ਜਾਂਦੇ ਸੀ, ਤੇ ਪੁੱਤਰ ਛੋਟਾ ਸੀ ਤੇ ਥੱਕ ਗਿਆ, ਤੇ ਸਫ਼ਰ ਲੰਬੇਰਾ ਸੀ। ਪੁਰਾਣੇ ਸਮੇਂ ਦੇ ਸਫ਼ਰ ਦੇ ਵਿੱਚ ਜਿਹੜੇ ਸੀ ਬਹੁਤਾ ਪੈਦਲ ਹੀ ਜਾਂਦੇ ਸੀ, ਤੇ ਪਿਓ ਨੇ, ਹੁਣ ਪੁੱਤਰ ਜਵਾਨ ਸੀ, ਕੁਝ ਚਿਰ ਚੁੱਕਿਆ ਕੁਛੜ, ਤੇ ਪਿਓ ਵੀ ਥੱਕ ਗਿਆ। ਤੇ ਹੁਣ ਪੁੱਤਰ ਪਿਓ ਨੂੰ ਕਹਿੰਦਾ ਵੀ ਬਾਪੂ ਜੇ ਚੁੱਕ ਕੇ ਸਫ਼ਰ ਕਰੇਗਾ ਤੇ ਹੋ ਨਹੀਂ ਸਕਦਾ, ਹੁਣ ਤੂੰ ਮੇਰੇ ਨਾਲ ਉਮਰ ਦੇ ਵਿੱਚ ਵੱਡਾ, ਮੈਂ ਤੈਨੂੰ ਚੁੱਕ ਨਹੀਂ ਸਕਦਾ, ਤੇ ਮੈਨੂੰ ਚੁੱਕ ਕੇ ਕਿੰਨਾ ਕੁ ਚਿਰ ਤੁਰੇਗਾ। ਤੇ ਮੇਰੇ ਪਿਤਾ ਜੀ ਆਪਾਂ ਇੱਕ ਗੱਲ ਕਰਦੇ ਵੀ ਗੱਲਾਂ ਬਾਤਾਂ ਕਰਦੇ ਆ, ਤੇ ਗੱਲਾਂ ਬਾਤਾਂ ਕਰਦੇ ਤੁਰੇ ਜਾਂਦੇ ਆ, ਆਪਣਾ ਖਿਆਲ ਸਰੀਰਕ ਥਕਾਵਟ ਵੱਲ ਜਾਏਗਾ ਹੀ ਨਹੀਂ, ਸਾਡੇ ਜੀਵਨ ਦਾ ਪੰਧ ਜਿਹੜਾ, ਸਾਡਾ ਸਫ਼ਰ ਦਾ ਪੰਧ ਜਿਹੜਾ ਮੁੱਕ ਜਾਵੇਗਾ। ਤੇ ਸਾਧ ਸੰਗਤ ਜੀ ਜਦੋਂ ਇਤਿਹਾਸ ਪੜ੍ਹਦੇ ਆ, ਗੁਰੂ ਬਾਬਾ ਜੀ ਤੇ ਬਾਬਾ ਮਰਦਾਨਾ ਜੀ ਬੜੀਆਂ ਗੰਭੀਰ ਗੱਲਾਂ ਕਰਦੇ, ਰਸਤੇ ਵਿੱਚ ਤੁਰੇ ਜਾਂਦੇ ਆ। ਗੁਰੂ ਨਾਨਕ ਦੇਵ ਮਹਾਰਾਜ ਨੇ ਪਹਿਲਾਂ ਬਾਬਾ ਨੂੰ ਪੁੱਛ ਵੀ ਲੈਂਦਾ, ਪਾਤਸ਼ਾਹ ਬਾਬਾ ਆਪਾਂ ਹੁਣ ਕਿੱਥੇ ਜਾ ਰਹੇ ਹਾਂ? ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਅੱਜ ਆਪਾਂ ਫਲਾਣੇ ਥਾਂ ਜਾ ਰਹੇ ਹਾਂ, ਅੱਜ ਇਸ ਦਾ ਉਧਾਰ ਕਰਨਾ, ਅੱਜ ਇਸ ਪਾਸੇ ਜਾਣਾ। ਤੇ ਸਾਧ ਸੰਗਤ ਜੀ ਜਦੋਂ ਕੁਰਮ ਦਰਿਆ ਕਿਨਾਰੇ ਪਹੁੰਚੇ, ਹੁਣ ਬਾਬਾ ਮਰਦਾਨਾ ਜੀ ਦੀ ਉਮਰ ਸਿੱਖ ਇਤਿਹਾਸ ਦੀ ਰਵਾਇਤ ਅਨੁਸਾਰ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਜੀ ਕੋਲੋਂ 10 ਸਾਲ ਵੱਡੀ ਹੈ। ਇੱਕੇ ਨਗਰ ਦੇ ਵਿੱਚ ਜਨਮ ਹੁੰਦਾ। ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵੱਡੇ ਨੇ 1459 ਦੇ ਕਰੀਬ, ਜਦ ਕਿਸੇ ਨੇ 60 ਲਿਖਿਆ, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਪਹਿਲਾਂ 10 ਸਾਲ ਜਨਮ ਹੁੰਦਾ ਤਲਵੰਡੀ ਵਿੱਚ। ਤੇ ਬਹੁਤਾਤ ਇਤਿਹਾਸ ਦੇ ਵਿੱਚ ਇਹਨਾਂ ਦੀ ਅਕਾਲ ਚਲਾਣੇ ਦੀ ਮਿਤੀ 1535, ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ 4-5 ਸਾਲ ਪਹਿਲਾਂ। ਤੇ ਵਾਰਤਾਲਾਪ ਸੰਵਾਦ ਕਿਵੇਂ ਹੁੰਦਾ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਮਿੱਤਰਾ, ਇਤਿਹਾਸ ਪੜ੍ਹੋਗੇ ਉਹਦੇ ਵਿੱਚ ਮਹਾਰਾਜ ਜੀ ਨੇ ਦੋਸਤ ਵੀ ਕਿਹਾ, ਪਿਆਰਾ ਵੀ ਕਿਹਾ, ਯਾਰ ਵੀ ਕਿਹਾ ਬਾਬਾ ਮਰਦਾਨਾ ਜੀ ਨੂੰ। ਕਹਿੰਦੇ ਵੀ ਮਿੱਤਰਾ ਤੇਰਾ ਮੇਰਾ ਸਾਥ ਸਮਾਪਤ ਹੋਣ ਵਾਲਾ। ਗੁਰੂ ਬਾਬਾ ਜੀ ਮਰਦਾਨਾ ਜੀ ਨੂੰ ਕੁਰਮ ਦਰਿਆ ਜਦੋਂ ਮੱਕੇ ਦੀ ਜ਼ਿਆਰਤ ਕਰਕੇ ਵਾਪਸ ਆ ਰਹੇ, ਤੇ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਮਰਦਾਨਾ ਜੀ ਤੁਸੀਂ ਇਸਲਾਮ ਨਾਲ ਸੰਬੰਧ ਰੱਖਦੇ ਹੋ, ਤੇ ਜੇ ਤੁਸੀਂ ਕਹੋ ਤੇ ਤੁਹਾਡੇ ਸਰੀਰ ਨੂੰ ਪਾਣੀ ਵਿੱਚ ਰੋੜ ਦਈਏ, ਜੇ ਤੁਸੀਂ ਕਹੋ ਤੇ ਤੁਹਾਡੇ ਆਪਾਂ ਜਿੱਥੇ ਤੁਹਾਨੂੰ ਦਫਨਾ ਕੇ ਉੱਤੇ ਸੋਹਣਾ ਜਾਂ ਪੱਥਰ ਸੰਗੇ ਮਰਮਰ ਲਵਾ ਦਈਏ।
ਤੇ ਉੱਥੇ ਗੁਰੂ ਬਾਬਾ ਜੀ ਦਾ ਉੱਤਰ ਸੁਣ ਕੇ ਬਾਬਾ ਮਰਦਾਨਾ ਜੀ ਘਬਰਾਏ ਨਹੀਂ ਵੀ ਮੈਂ ਸੰਸਾਰ ਤੋਂ ਚਲੇ ਜਾਣਾ, ਵੀ ਜਾਂ ਮੇਰੇ ਜਾਣ ਦਾ ਸਮਾਂ ਆ ਗਿਆ। ਤੇ ਹੱਥ ਜੋੜਦੇ, ਪਾਤਸ਼ਾਹ ਇੰਨੀ ਮੇਰੇ ਤੇ ਰਹਿਮਤ ਕੀਤੀ, ਇੰਨੀ ਮੇਰੇ ਨਿਮਾਣੇ ਨੂੰ ਵਡਿਆਈ ਦਿੱਤੀ, ਗਲੀਆਂ 'ਚ ਰੁਲਦਿਆਂ ਫਿਰਦਿਆਂ ਨੂੰ ਮਹਾਰਾਜ ਅਸਥਾਨਾਂ ਦੇ ਦਰਸ਼ਨ ਕਰਾਏ, ਤੇ ਬਾਬਾ ਤੇਰੇ ਨਾਲ ਰਹਿ ਕੇ ਤੇ ਮਸਾਂ ਇਸ ਸਰੀਰ ਦੀ ਕਬਰ ਤੋਂ ਛੁੱਟਣ ਦੀ ਜਾਚ ਸਿੱਖੀ ਹੈ। ਤੇ ਅੱਜ ਇਸ ਫੇਰ ਸਰੀਰ ਮਿੱਟੀ ਕਬਰ ਦੇ ਵਿੱਚੋਂ ਕੱਢ ਕੇ ਦੂਸਰੀ ਕਬਰ ਵਿੱਚ ਪਾਉਣਾ ਚਾਹੁੰਦਾ। ਤੇ ਮਹਾਰਾਜ ਮੈਨੂੰ ਭਾਵੇਂ ਰੋੜ ਦੇ, ਭਾਵੇਂ ਦਫਨਾ ਦੇ, ਮੈਨੂੰ ਹੁਣ ਇਹਨਾਂ ਚੀਜ਼ਾਂ ਦੀ ਪਰਵਾਹ ਹੀ ਨਹੀਂ ਰਹਿ ਗਈ ਵੀ ਇੰਨੀ ਉੱਚੀ ਸੁਰਤ ਹੋ ਗਈ ਬਾਬਾ ਮਰਦਾਨਾ ਜੀ ਦੀ। ਏਡਾ ਪਿਆਰਾ ਸਾਥੀ ਗੁਰੂ ਨਾਨਕ ਦੇਵ ਮਹਾਰਾਜ ਨੇ ਜਿੰਨੀਆਂ ਉਦਾਸੀਆਂ ਕੀਤੀਆਂ ਇਸ ਮਹਾਨ ਸਿੱਖ ਦੇ ਰੁਤਬੇ ਹੇਠ ਹੀ ਕੀਤੀਆਂ, ਨਾਲ ਹੀ ਕੀਤੀਆਂ। ਜਦੋਂ ਬਾਬਾ ਮਰਦਾਨਾ ਜੀ ਜੋਤੀ ਜੋਤ ਅਕਾਲ ਚਲਾਣਾ ਕਰ ਗਏ, ਬਾਬਾ ਜੀ ਨੇ ਉਦਾਸੀਆਂ ਤੇ ਜਾਣਾ ਹੀ ਛੱਡ ਦਿੱਤਾ। ਉਹ ਬਾਬਾ ਮਰਦਾਨਾ ਜੀ ਵੀ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਵਸੀਲੇ ਨਾ ਹੋਣ ਦੇ ਬਾਵਜੂਦ ਵੀ ਉਸ ਪਹਾੜ ਦੀ ਚੋਟੀ ਉੱਪਰ ਚੜ੍ਹ ਗਏ ਜਿੱਥੇ ਸਿੱਧ ਛੱਪ ਬੈਠੇ ਪਰਬਤੀ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਜਾ ਕੇ ਉੱਥੇ ਸੱਤ ਕਰਤਾਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਮਰਦਾਨਾ ਜੀ ਦੇ ਨਾਲ ਰਬਾਬ ਬਾਬਾ ਮਰਦਾਨਾ ਜੀ ਵਜਾਉਂਦੇ, ਗੁਰੂ ਨਾਨਕ ਦੇਵ ਮਹਾਰਾਜ ਜੀ ਵਜਦ ਦੇ ਵਿੱਚ ਆ ਕੇ ਕੀਰਤਨ ਕਰਦੇ, ਤੇ ਜਿਹੜੇ ਸਾਧਨਾ ਕਰ ਕਰਕੇ ਆਪਣੇ ਆਪ ਨੂੰ ਐ ਚੜਾ ਕੇ ਬੈਠੇ ਸੀ, ਸੁਰਤੀਆਂ ਉਖੜ ਗਈਆਂ ਵੀ ਕੌਣ ਆ ਗਿਆ। ਫਿਰ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਵੀ ਜਿਹੜੇ ਵੱਡੇ ਵੱਡੇ ਜੋਗੀ ਸਿੱਧ ਜਿਨ੍ਹਾਂ ਦੀਆਂ ਕਈ 100 ਸਾਲ ਵੀ ਆਪਣੇ ਸਵਾਸ ਰੋਕ ਕੇ ਉਮਰਾਂ ਵਧਾਈਆਂ ਹੋਈਆਂ ਸੀ, ਤੇ ਮਨ ਹੀ ਮਨ ਦੇ ਵਿੱਚ ਹੰਕਾਰ ਕਰ ਰਹੇ ਸੀ, ਗਰਵ ਕਰ ਰਹੇ ਸੀ ਵੀ ਇੱਥੇ ਤੇ ਕੋਈ ਆ ਨਹੀਂ ਸਕਦਾ, ਸਾਡੇ ਕੋਲ ਤੇ ਕੋਈ ਪਹੁੰਚ ਨਹੀਂ ਸਕਦਾ। ਤੇ ਜਦੋਂ ਆਵਾਜ਼ ਸੁਣੀ ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਹੈਰਾਨ ਰਹਿ ਗਏ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆ ਕੇ ਪ੍ਰਸ਼ਨ ਕਰਦੇ ਆ। ਪ੍ਰਸ਼ਨ ਕੀ ਕਰਦੇ ਆ, ਆਪਾਂ ਸੰਖੇਪ ਵਿੱਚ ਚਲੇ ਵੀ ਕੌਣ ਸ਼ਕਤ ਤੋਹੇ ਇੱਥੇ ਲਿਆਈ। ਸਿੱਧ ਪੁੱਛਣ ਸੁਣ ਬਾਲਿਆ, ਬਾਲੇ ਤੋਂ ਭਾਵ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਲਕ ਅਵਸਥਾ ਦੇ ਵਿੱਚ ਹੈ, ਜਵਾਨੀ ਦੇ ਵਿੱਚ, ਤੇ ਸਿੱਧ ਬਜ਼ੁਰਗੀ ਦੇ ਵਿੱਚ ਪਹੁੰਚੇ ਹੋਏ ਆ, ਆਪ ਵੱਡੀ ਉਮਰ ਦੇ ਵਿੱਚ। ਤੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਦੇ ਵੀ ਤੇਰੇ ਕੋਲ ਕਿਹੜੀ ਸ਼ਕਤੀ ਹੈ। ਦੇਖੋ ਜਿੱਥੋਂ ਆਪਾਂ ਗੱਲ ਆਰੰਭ ਕੀਤੀ ਹੈ ਵੀ ਆਪਾਂ ਇਸ ਅਜਮਤ ਨੂੰ, ਸੰਗਤ ਨੂੰ ਜਿਹੜਾ ਹੈ ਨਾ ਉਹ ਸਮਝ ਨਹੀਂ ਸਕੇ ਸਾਧ ਸੰਗਤ ਜੀ, ਜਿੱਥੋਂ ਆਪਾਂ ਟਪਲਾ ਖਾ ਰਹੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਹੈਰਾਨ ਪਰੇਸ਼ਾਨ ਹੋ ਕੇ ਸਿੱਧ ਪੁੱਛਦੇ ਆ ਵੀ ਕੌਣ ਸ਼ਕਤ ਤੁਸੀਂ ਇੱਥੇ ਲਿਆਈ, ਵੀ ਕਿਹੜੀ ਸ਼ਕਤੀ ਦੇ ਨਾਲ ਤੂੰ ਇੱਥੇ ਆ ਗਿਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਮੇਰੇ ਕੋਲ ਤੇ ਕੋਈ ਸ਼ਕਤੀ ਹੀ ਹੈ ਨਹੀਂ। ਕੀ ਕਹਿੰਦੇ ਜੀ ਮਹਾਰਾਜ ਜੀ, ਮੇਰੇ ਕੋਲ ਕੋਈ ਸ਼ਕਤੀ ਹੈ ਨਹੀਂ। ਉਹ ਕਹਿੰਦੇ ਵੀ ਇੱਥੇ ਤੇ ਕੋਈ ਸੰਸਾਰੀ ਆ ਹੀ ਨਹੀਂ ਸਕਦਾ। ਸਾਨੂੰ ਕਈ 100 ਸਾਲ ਹੋ ਗਏ ਇੱਥੇ ਬੈਠਿਆਂ ਨੂੰ। ਇੱਥੇ ਸੰਸਾਰੀ ਲੋਕਾਂ ਦੇ ਰਹਿਣ ਦੇ ਅਨੁਕੂਲ ਵਾਤਾਵਰਨ ਹੀ ਹੈ ਨਹੀਂ। ਇੱਥੇ ਤੇ ਕੋਈ ਸ਼ਕਤੀ ਵਾਲਾ ਹੀ ਰਹਿ ਸਕਦਾ। ਗੁਰੂ ਨਾਨਕ ਦੇਵ ਮਹਾਰਾਜ ਨੇ ਉੱਤਰ ਦਿੱਤਾ, ਜਦੋਂ ਉਹਨਾਂ ਕਹਿੰਦੇ ਵੀ ਸ਼ਕਤੀ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਕੋਈ ਸ਼ਕਤੀ ਨਹੀਂ। ਕਹਿੰਦੇ ਕੁਝ ਨਾ ਕੁਝ ਤੇ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮਹਾਰਾਜ ਜੀ ਦਾ ਉੱਤਰ ਸਿੱਧਾ ਨੂੰ, ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਇੱਕ ਤੇ ਅਸੀਂ ਸੰਗਤ ਕਰਦੇ ਹਾਂ। ਤੇ ਸਾਧ ਸੰਗਤ ਜੀ ਇੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕੋਲੋਂ ਇਹ ਵੀ ਜੁਗਤ ਸਿੱਖਣ ਵਾਲੀ ਵੀ ਜੇ ਦੋ ਸਿੱਖ ਵੀ ਬੈਠੇ ਹੋਣ ਤੇ ਸਮਾਂ ਜਾਈ ਨਹੀਂ ਗਵਾਉਣਾ ਚਾਹੀਦਾ। ਉੱਥੇ ਵੀ ਗੁਰੂ ਦੀ ਸਿਫਤ ਹੀ ਕਰਨੀ ਚਾਹੀਦੀ ਹੈ। ਤੇ ਜੇ ਗੁਰੂ ਦੀ ਸਿਫਤ ਕਰਾਂਗੇ ਤੇ ਜੀਵਨ ਦੇ ਵਿੱਚ ਇੱਕ ਬੜਾ ਵੱਡਾ ਵਿਕਾਰ, ਨਿੰਦਿਆ ਵਾਲਾ ਤੇ ਕੰਨ ਰਸ ਵਾਲਾ ਆਪਣੇ ਆਪ ਹੀ ਸਮਾਪਤ ਹੋ ਜਾਏਗਾ, ਜਿਹਦੀ ਆਪਾਂ ਹਰ ਰੋਜ਼ ਹੀ ਆ ਕੇ ਅਰਦਾਸ ਕਰਦੇ ਹਾਂ। ਮਹਾਰਾਜ ਜੀ ਨੇ ਬਾਣੀ ਵਿੱਚ ਵੀ ਕਿਹਾ ਨਾ, ਕਾਮ ਕ੍ਰੋਧ ਲੋਭ ਝੂਠ ਨਿੰਦਾ ਇਨ ਤੇ ਆਪ ਛਡਾਵੋ। ਇਹ ਭੀਤਰ ਤੇ ਇਨ ਕੋ ਡਾਰੋ ਆਪਨ ਨਿਕਟ ਬੁਲਾਵੋ। ਤੁਮ ਕਰ ਆਵੋ ਮੇਰੇ ਮੀਤ ਤੁਮਰੇ ਦੁਖੀ ਹਰਿ ਆਪ ਨਿਵਾਰੇ ਅਪਦਾ ਭਈ ਬਤੀਤ।
ਤੇ ਮਹਾਰਾਜ ਜੀ ਨੇ ਜੁਗਤੀ ਸਾਨੂੰ ਦੇ ਦਿੱਤੀ ਵੀ ਜੇ ਇਹ ਤੋਂ ਬਚਣਾ ਹੈ ਤੇ ਗੁਰੂ ਦੀ ਸਿਫਤ ਵਾਲੇ ਪਾਸੇ ਮਨ ਨੂੰ ਲਾ ਦਿਓ। ਨਿੰਦਿਆ ਚੁਗਲੀ ਦਾ ਖੇੜਾ ਆਪਣੇ ਆਪ ਛੁੱਟ ਜੂ, ਸਮਾਂ ਵੀ ਸਫਲ ਹੋ ਜੂ। ਇੱਕ ਹੋਰ ਸ਼ਬਦ ਆਪਾਂ ਪੜ੍ਹਦੇ, ਆਪ ਜਪੈ ਅਵਰਹ ਨਾਮ ਜਪਾਵੈ। ਕਿ ਜਿੰਨੀ ਕੁ ਜਾਣਕਾਰੀ ਸਿੱਖ ਦੇ ਕੋਲ ਹੈ ਉਨੀ ਦੂਸਰੇ ਨੂੰ ਪ੍ਰਦਾਨ ਕਰ ਦੇਵੇ। ਗਿਆਨੀ ਮਾਨ ਸਿੰਘ ਝੌਰ ਜੀ ਸਾਡੇ ਬੜੇ ਪੁਰਾਣੇ ਕਥਾਵਾਚਕ ਕਹਿੰਦੇ ਵੀ ਸਿੱਖਾਂ ਦੇ ਵਿੱਚ ਇੱਕ ਹੋਰ ਖੜੋਤ ਆ ਗਈ। ਉਹ ਕਹਿੰਦੇ ਵੀ ਜੇ ਮੈਨੂੰ ਇਸ ਗੱਲ ਦਾ ਪਤਾ ਲੱਗ ਗਿਆ, ਮੈਂ ਇਹਨੂੰ ਦੱਸ ਦਿੱਤਾ, ਇਹਨੇ ਮੇਰੇ ਤੋਂ ਪਹਿਲਾਂ ਪ੍ਰਾਪਤੀ ਕਰ ਲੈਣੀ। ਇਹ ਵੀ ਇੱਕ ਬੜੀ ਵੱਡੀ ਖੜੋਤ ਹੈ। ਬਹੁਤੀ ਵਾਰ ਅਧੂਰਾ ਗਿਆਨ ਵੀ ਬੰਦੇ ਨੂੰ ਲੈ ਡੁੱਬਦਾ। ਜੇ ਭਾਈ ਗੁਰਦਾਸ ਜੀ ਨੇ ਇਹਦਾ ਵੀ ਹਵਾਲਾ ਦਿੱਤਾ। ਉਹ ਕਹਿੰਦੇ ਵੀ ਕਿਤੇ ਵੈਦ ਜਾ ਰਿਹਾ ਸੀ ਤੇ ਕਿਸੇ ਦੀ ਊਠਣੀ ਬਿਮਾਰ ਹੋ ਗਈ ਤੇ ਵੈਦ ਉਹਦਾ ਇਲਾਜ ਕਰ ਰਿਹਾ ਸੀ। ਖਰਬੂਜਿਆਂ ਦਾ ਖੇਤ ਖਾਂਦੀ ਖਾਂਦੀ ਭਾਈ ਗੁਰਦਾਸ ਸਾਹਿਬ ਜੀ ਦੀ ਵਾਰ, ਕਿਉਂਕਿ ਭਾਈ ਗੁਰਦਾਸ ਜੀ ਦੀ ਰਚਨਾ ਵਿੱਚੋਂ ਆਪਾਂ ਗੱਲ ਕਰ ਰਹੇ ਅੱਜ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਕਰ ਰਹੇ ਹਾਂ ਵੀ ਅਧੂਰਾ ਗਿਆਨ ਕਿਵੇਂ ਜਿਹੜਾ ਬੰਦੇ ਨੂੰ ਲੈ ਡੁੱਬਦਾ। ਇਹ ਵੀ ਇੱਕ ਬੜਾ ਵੱਡਾ ਔਗਣ ਆ ਗਿਆ। ਉਹ ਖਰਬੂਜਾ ਖਾਦਾ, ਊਠਣੀ ਦੇ ਗਲ ਵਿੱਚ ਫਸ ਗਿਆ। ਵੈਦ ਨੇ ਕੀ ਕੀਤਾ ਵੀ ਊਠਣੀ ਨੂੰ ਲਟਾ ਕੇ ਜਿੱਥੇ ਖਰਬੂਜਾ ਫਸਿਆ ਸੀ ਇੱਕ ਪੱਥਰ ਥੱਲੇ ਰੱਖਿਆ, ਦੂਸਰੇ ਪੱਥਰ ਦੇ ਨਾਲ ਥੋੜ੍ਹਾ ਜਿਹਾ ਟਕੋਰਿਆ, ਖਰਬੂਜਾ ਫਸ ਗਿਆ, ਫਿਸ ਗਿਆ, ਟੁੱਟ ਗਿਆ। ਜਿਹੜਾ ਊਠ ਸੀ ਉਹਦੇ ਅੰਦਰ ਚਲਾ ਗਿਆ, ਉਹਦਾ ਸਾਹ ਸੌਖਾ ਹੋ ਗਿਆ, ਉਹਦੀ ਜਾਨ ਬਚ ਗਈ। ਤੇ ਕੋਈ ਲਾਗੋ ਰੰਗ ਰਿਹਾ ਸੀ ਮੇਰੇ ਵਰਗਾ ਮੂਰਖ, ਉਹਨੇ ਵੇਖਿਆ ਕਿੱਡਾ ਕੁ ਕੰਮ ਆ। ਭਾਈ ਗੁਰਦਾਸ ਸਾਹਿਬ ਜੀ ਦੀ ਵਾਰ ਦੀ ਆਪਾਂ ਗੱਲ ਹਾਸੇ ਵਾਲੀ ਨਹੀਂ। ਕਿਸੇ ਦੀ ਮਾਂ ਬਿਮਾਰ ਹੋ ਗਈ, ਉਹਨੇ ਕਿਹਾ ਵੀ ਮੈਂ ਇਲਾਜ ਕਰ ਦਿੰਦਾ। ਉਹਨੂੰ ਸਾਹ ਨਹੀਂ ਸੀ ਆ ਰਿਹਾ, ਉਹਦੇ ਕੋਲ ਲੈ ਕੇ ਗਏ, ਉਹਨੇ ਗਲ ਘੁੱਟ ਦਿੱਤਾ, ਮਾਤਾ ਚਾਲਾ ਮਾਰ ਗਈ। ਇਹ ਅਧੂਰਾ ਗਿਆਨ ਹੈ। ਸਾਡੇ ਵਿੱਚ ਸਾਧ ਸੰਗਤ ਜੀ ਇਹ ਵੀ ਖੜੋਤ ਆ ਗਈ ਸਹੀ ਜਾਣਕਾਰੀ ਜਿਹੜੀ ਜੇ ਸਾਨੂੰ ਜਪਜੀ ਸਾਹਿਬ ਦਾ ਪਾਠ ਕੰਠ ਹੈ ਨਾ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹ ਕਿਹਾ ਵੀ ਜੈਸੇ ਸਾਤ ਮੰਦਰ ਕੰਚਰ ਕੇ ਉਸਾਰ ਦੀਨੇ, ਜਿਵੇਂ ਕੋਈ 7 ਮੰਦਰ ਸੋਨੇ ਦੇ ਬਣਾ ਕੇ ਦਾਨ ਕਰ ਦੇਵੇ ਤੇ ਜੇ ਸਿੱਖ ਨੂੰ ਸ਼ਬਦ ਸਿਖਾ ਦਿੰਦਾ 7 ਮੰਦਰ ਸੋਨੇ ਦੇ ਦਾਨ ਕਰਨ ਬਰਾਬਰ ਉਸ ਸਿੱਖ ਨੂੰ ਫਲ ਮਿਲ ਜਾਵੇਗਾ। ਆਪਾਂ ਗੱਲ ਸੰਗਤ ਦੀ ਕਰ ਰਹੇ ਸੀ ਨਾ। ਤੇ ਸਾਡੇ ਪੁਰਾਤਨ ਇਤਿਹਾਸਕ ਗ੍ਰੰਥਾਂ ਦੇ ਵਿੱਚ ਇਹ ਲਿਖਿਆ ਵੀ ਇਹ ਨਹੀਂ ਵੀ ਸੰਗਤ ਬੜਾ ਵੱਡਾ ਇਕੱਠ ਹੋਵੇ, ਕਿਤੇ 1000 ਸਿੱਖਾਂ ਦਾ ਇਕੱਠ ਹੋਵੇ ਤਾਂ ਉਸੇ ਨੂੰ ਸੰਗਤ ਕਿਹਾ ਜਾਂਦਾ। ਮਹਾਰਾਜ ਜੀ ਕਹਿੰਦੇ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ। ਇਹ ਆਮ ਸਾਡੇ ਬਜ਼ੁਰਗ ਬੋਲਦੇ ਹੁੰਦੇ ਸੀ। ਤੇ ਸੰਗਤ ਗੁਰੂ ਨਾਨਕ ਦੇਵ ਮਹਾਰਾਜ ਜੀ ਕਿਵੇਂ ਕਰਦੇ? ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਕੀਰਤਨ ਕਰਦੇ ਉੱਥੇ ਕੋਈ ਵੀ ਬੈਠ ਜਾਂਦਾ, ਨਾਲੇ ਗੁਰੂ ਨਾਨਕ ਦੇਵ ਮਹਾਰਾਜ ਦੀ ਪਰਮੇਸ਼ਰ ਦੀ ਸਿਫਤ ਕਰਦੇ, ਨਾਲੇ ਆਪ ਸੰਗਤ ਕਰਦੇ, ਨਾਲੇ ਦੂਸਰਿਆਂ ਨੂੰ ਕਰਾਉਂਦੇ। ਬਾਬਾ ਗੁਰੂ ਨਾਨਕ ਦੇਵ ਮਹਾਰਾਜ ਜੀ ਸਿੱਧਾ ਨੂੰ ਉੱਤਰ ਦੇ ਰਹੇ ਵੀ ਗੁਰ ਸੰਗਤ ਬਾਣੀ ਬਿਨਾਂ ਦੂਜੀ ਓਟ ਨਹੀਂ ਹੈ ਰਾਈ। ਭਾਈ ਅਸੀਂ ਤੇ ਗੁਰੂ ਕੀ ਸੰਗਤ ਤੋਂ ਬਿਨਾਂ ਤੇ ਬਾਣੀ ਤੋਂ ਬਿਨਾਂ ਹੋਰ ਕਿਸੇ ਦੀ ਓਟ ਹੀ ਨਹੀਂ ਤੱਕਦੇ। ਹੋਰ ਸੁਣੋ, ਗੁਰੂ ਨਾਨਕ ਦੇਵ ਮਹਾਰਾਜ ਨੇ ਉੱਤਰ ਦਿੱਤਾ, ਹਉ ਜਪਿਆ ਪਰਮੇਸ਼ਰੋ ਭਾਵੋ ਭਗਤ ਸੰਗ ਤਾੜੀ ਲਾਈ। ਰੱਬ ਦੀ ਆਰਾਧਨਾ, ਰੱਬ ਦੀ ਸਿਫਤ ਕਿਵੇਂ ਕਰਨੀ ਹੈ। ਮਹਾਰਾਜ ਨੂੰ ਪੁੱਛਦੇ ਵੀ ਕਿਵੇਂ ਸ਼ਕਤੀ ਆਈ ਤੁਹਾਡੇ ਵਿੱਚ ਆਉਣ ਦੀ। ਮਹਾਰਾਜ ਕਹਿੰਦੇ ਅਸੀਂ ਤਾਂ ਸਿਰਫ ਪਰਮੇਸ਼ਰ ਦਾ ਨਾਮ ਜਪਿਆ, ਬਾਣੀ ਪੜ੍ਹੀ, ਉਹਦਾ ਸ਼ਬਦ ਗਾਇਆ ਤੇ ਇੱਕ ਗੱਲ ਕੀਤੀ, ਪਰਮੇਸ਼ਰ ਦੇ ਨਾਲ ਪ੍ਰੇਮ ਬਣਾਇਆ ਤੇ ਪਰਮੇਸ਼ਰ ਨੇ ਇਹ ਸਾਨੂੰ ਆਪ ਤਾਕਤ ਦੇ ਦਿੱਤੀ ਹੈ ਤੇ ਤੁਹਾਡੇ ਤੱਕ ਅਸੀਂ ਪਹੁੰਚ ਬਣਾ ਲਈ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਕੱਲਾ ਸਿੱਧਾ ਨੂੰ ਉੱਤਰ ਨਹੀਂ ਦਿੱਤਾ, ਸਾਨੂੰ ਵੀ ਪਰਮੇਸ਼ਰ ਜਪਣ ਦੀ ਯੁਕਤੀ ਦੱਸ ਦਿੱਤੀ ਵੀ ਜਦੋਂ ਵੀ ਪਰਮੇਸ਼ਰ ਦੀ ਆਰਾਧਨਾ ਕਰਨੀ ਹੈ ਨਾ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਵਖਾਣੀ ਹੈ। ਪ੍ਰੇਮ ਧਾਰ ਕੇ ਹਿਰਦੇ ਦੇ ਵਿੱਚ ਤੇ ਗੁਰੂ ਕੀ ਸੰਗਤ ਕਰਨੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਜਪਜੀ ਸਾਹਿਬ ਦੇ ਵਿੱਚ ਸਾਨੂੰ ਹਰ ਰੋਜ਼ ਉਪਦੇਸ਼ ਕਰਦੇ ਨੇ ਕਿ ਗਾਵੀਐ ਸੁਣੀਐ ਮਨ ਰੱਖੀਏ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਭਾਵੇਂ ਕਿੰਨੇ ਵੱਡੇ ਪਦ ਦੀ ਪ੍ਰਾਪਤੀ ਕੀਤੀ, ਜਦੋਂ ਬਾਣੀ ਪੜ੍ਹੀ ਹੈ ਨਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਣੀ ਵਿੱਚ ਆਪਾਂ ਸ਼ਬਦ ਹਜ਼ਾਰੇ ਦੀ ਇੱਕ ਬਾਣੀ ਸਾਡੇ ਪੰਥ ਦੇ ਵਿੱਚ ਚੱਲ ਰਹੀ ਹੈ। ਆਪ ਗੁਰੂ ਕੇ ਸਿੱਖ ਨਿਤਨੇਮ ਦੇ ਵਿੱਚ ਪਾਠ ਕਰਦੇ ਆ। ਉਹਦੇ ਵਿੱਚ ਮਹਾਰਾਜ ਜੀ ਦਾ ਇੱਕ ਸ਼ਬਦ ਹੈ ਬਿਲਾਵਲ ਰਾਗ ਦੇ ਵਿੱਚ। ਮਹਾਰਾਜ ਜੀ ਕਹਿੰਦੇ, ਤੂੰ ਸੁਲਤਾਨ ਕਹਾ ਹੋ ਮੀਆਂ ਤੇਰੀ ਕਵਨ ਵਡਾਈ। ਤੇ ਅਗਾਂਹ ਚੱਲ ਕੇ ਮਹਾਰਾਜ ਜੀ ਕੇ ਏਤੇ ਕੋਕਰ ਹਉ ਬੇਗਾਨਾ ਭੌਂਕਾ ਇਸ ਤਨ ਤਾਈ।
ਸਾਧ ਸੰਗਤ ਜੀ, ਮਹਾਰਾਜ ਜੀ ਸਿੱਧਾ ਨੂੰ ਉੱਤਰ ਦਿੰਦੇ ਆ ਵੀ ਹਉ ਜਪਿਆ ਪਰਮੇਸ਼ਰੋਂ ਭਾਉ ਭਗਤ, ਵੀ ਪ੍ਰੇਮਾ ਭਗਤੀ ਕਰਕੇ ਗਾ ਵੀ ਹੈ, ਸੁਣੀ ਹੈ, ਮਨ ਰੱਖੀ ਹੈ, ਭਾਉ ਪ੍ਰੇਮ ਕਰਕੇ ਤਾੜੀ ਲਾਈ, ਪਰਮੇਸ਼ਰ ਦਾ ਜਾਪ ਕੀਤਾ, ਅੰਮ੍ਰਿਤ ਵੇਲੇ ਦੀ ਸੰਭਾਲ ਕੀਤੀ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰੋ ਦੀ ਵਿਚਾਰ ਕੀਤੀ ਤੇ ਪਰਮੇਸ਼ਰ ਨੇ ਤਾਕਤ ਇਹ ਮੁਸ਼ਕਲ ਦਾ ਸਾਹਮਣਾ ਕਰਨ ਦਾ, ਔਕੜ ਦਾ ਸਾਹਮਣਾ ਕਰਨ ਦਾ ਬਲ ਦੇ ਦਿੱਤਾ। ਤੇ ਫਿਰ ਇੱਥੇ ਗੱਲ ਨਹੀਂ ਛੁੱਟੀ। ਸਿੱਧ ਜੋਗੀ ਗੁਰੂ ਨਾਨਕ ਦੇਵ ਮਹਾਰਾਜ ਨਾਲ ਵਿਚਾਰ ਚਰਚਾ ਕਰਦੇ ਗਏ ਅੰਤ ਇਹ ਸਿੱਟੇ ਤੇ ਪੁੱਜੇ ਵੀ ਕਿਤੇ ਇਹ ਬਾਲਕ ਸਾਡੇ ਪੰਥ ਦੇ ਵਿੱਚ ਆ ਜਾਵੇ ਨਾ, ਸਾਡੇ ਜੋਗ ਮਤ ਦੇ ਅਧੀਨ ਹੋ ਜਾਵੇ, ਸਿੱਧ ਜੋਗੀ ਬਣ ਜਾਵੇ, ਤੇ ਅਸੀਂ ਸਾਰੇ ਦੇ ਸਾਰੇ ਸੰਸਾਰ ਨੂੰ ਹੀ ਸਿੱਧ ਸਾਧਨਾ ਦੇ ਉੱਪਰ ਜੋਗ ਮਤ ਦੇ ਅਧੀਨ ਕਰ ਲਈਏ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਹਨਾਂ ਵਾਰਾਂ ਵਿੱਚ ਹੀ ਅਗਾਂਹ ਚੱਲ ਕੇ ਆਉਂਦਾ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਪ੍ਰੀਖਿਆ ਲੈਂਦਿਆਂ ਪਰਖ ਕਰਦਿਆਂ ਸਿੱਧ ਜੋਗੀਆਂ ਨੇ ਕਿਹਾ ਵੀ ਬਾਲਾ ਬਾਲ ਕੇ ਅਸੀਂ ਇਸ ਚੋਟੀ ਦੇ ਉੱਪਰ ਵਿਚਰ ਰਹੇ, ਕਈ ਦਿਨ ਹੋ ਗਏ ਪਾਣੀ ਨਹੀਂ ਪੀਤਾ, ਕਿਉਂਕਿ ਆਪ ਜੀ ਉਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ ਸੀ ਜਦੋਂ ਗਲੇਸ਼ੀਅਰ ਦੇ ਉੱਪਰ ਬਰਫ਼ ਸੀ, ਸਾਰੀਆਂ ਨਦੀਆਂ ਦੇ ਵਿੱਚ ਬਰਫ਼ ਜੰਮੀ ਹੋਈ ਹੈ। ਤੇ ਹੁਣ ਸਿੱਧਾਂ ਨੂੰ ਇਹ ਸੀ ਵੀ ਕਿਵੇਂ ਨਾ ਕਿਵੇਂ ਸਾਨੂੰ ਪਾਣੀ ਤੇ ਲਿਆ ਕੇ ਦੇਵੇਗਾ। ਖੱਪਰ ਦਿੱਤਾ ਨਾਥ ਜੀ, ਭਾਈ ਗੁਰਦਾਸ ਜੀ ਦੀ ਵਾਰ, ਪਾਣੀ ਭਰ ਲੈਵਣ ਉੱਠ ਚਾਲਾ। ਇੱਕ ਸੁੱਧ ਜੋਗੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਬਾਟਾ ਭਾਂਡਾ ਖੱਪਰ ਦਿੱਤਾ। ਬਾਬਾ ਨਾਨਕ ਜੀ ਉਹ ਖੱਪਰ ਲੈ ਕੇ ਪਾਣੀ ਲੈਣ ਵਾਸਤੇ ਚਲੇ ਗਏ ਤੇ ਕੀ ਵੇਖਦੇ ਨੇ, ਡਿੱਠੇ ਰਤਨ ਜਵਾਹਰ ਮਾਲਾ। ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਵੇਖਿਆ ਉੱਥੇ ਜਾ ਕੇ ਵੀ ਸਿੱਧਾਂ ਨੇ ਕੀ ਕੀਤਾ ਵੀ ਇੱਕ ਕੌਤਕ ਵਰਤਾ ਦਿੱਤਾ। ਉਹਨਾਂ ਨੂੰ ਤੇ ਭਰਮ ਸੀ ਵੀ ਗੁਰੂ ਨਾਨਕ ਦੇਵ ਮਹਾਰਾਜ ਸਾਡਾ ਕੌਤਕ ਵੇਖ ਕੇ ਹੈਰਾਨ ਹੋ ਜਾਣਗੇ ਤੇ ਸਾਡੀ ਚਰਣੀ ਜੁੜ ਜਾਣਗੇ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਵਾਪਸ ਆ ਗਏ ਖਾਲੀ ਭਾਂਡਾ ਲੈ ਕੇ। ਤੇ ਸਿੱਧਾਂ ਨੇ ਪੁੱਛਿਆ ਸੀ ਤੇ ਪਾਣੀ ਦੀ ਪਿਆਸ ਮਿਟਾਉਣੀ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਵੀ ਉੱਥੇ ਕੀ ਵੇਖਿਆ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਮੈਂ ਤੇ ਕੁਝ ਚੀਜ਼ ਵੇਖੀ ਨਹੀਂ। ਭਾਵੇਂ ਕਿ ਮੋਤੀ ਹੀਰੇ ਵੇਖ ਰਹੇ ਸੀ, ਮਾਇਆ ਵੇਖ ਰਹੇ ਸੀ ਵੀ ਭਰਮ ਜਾਣਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਮੈਂ ਤੇ ਜਿਹੜੀ ਚੀਜ਼ ਵੇਖਣ ਗਿਆ ਸੀ ਉਹ ਵੇਖ ਕੇ ਵਾਪਸ ਆ ਗਿਆ, ਮੈਨੂੰ ਉਹ ਚੀਜ਼ ਨਹੀਂ ਮਿਲੀ, ਮੈਨੂੰ ਹੋਰ ਕਿਸੇ ਚੀਜ਼ ਦੀ ਤ੍ਰਿਸ਼ਨਾ ਲਾਲਸਾ ਹੀ ਮੁੱਕ ਗਈ। ਤੇ ਫਿਰ ਸਾਧ ਸੰਗਤ ਜੀ ਉਹ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਅਨੰਨ ਪ੍ਰਕਾਰ ਦੇ ਪ੍ਰਸ਼ਨ ਜਦੋਂ ਸਿੱਧ ਜੋਗੀਆਂ ਨੇ ਕੀਤੇ, ਵਾਰਤਾਲਾਪ ਹੋਏ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਫਿਰ ਉੱਥੇ ਉਪਦੇਸ਼ ਦਿੱਤਾ ਵੀ ਸਿੱਧ ਛੱਪ ਬੈਠੇ ਪਰਬਤੀ, ਕੌਣ ਜਗਤ ਕੋ ਪਾਰ ਉਤਾਰਾ। ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਫਿਰ ਜਦੋਂ ਸਤਨਾਮ ਦਾ ਚੱਕਰ ਫਿਰ ਆਇਆ, ਭਾਈ ਗੁਰਦਾਸ ਸਾਹਿਬ ਜੀ ਕਹਿ ਰਹੇ ਨੇ, ਤੇ ਗੁਰੂ ਬਾਬੇ ਨਾਨਕ ਜੀ ਦੀ ਅਜ਼ਮਤ ਵਡਿਆਈ ਕਰਦੇ ਆ ਸਾਰੇ ਦੇ ਸਾਰੇ ਸਿੱਧ ਜੋਗੀ ਜਿਹੜੇ ਸੁਬੇਰ ਪਰਬਤ ਦੀ ਚੋਟੀ ਉੱਪਰ ਬੈਠੇ ਸੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖਿਆ ਹੇਠ ਆ ਗਏ। ਤੇ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਇਹ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਨੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਜ਼ਿਆਰਤ ਕਰਕੇ ਆਉਂਦੇ ਨੇ, ਫਿਰ ਉੱਥੇ ਸਿੱਧ ਆਪਣੀ ਰਸਨਾ ਤੋਂ ਇਹ ਕਹਿੰਦੇ, ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲਯੁਗੇ ਅੰਦਰ ਜੋਤ ਜਗਾਈ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੂੰ ਇਕੱਲਾ ਸਿੱਧਾ ਨਹੀਂ ਕਿਹਾ, ਦੁਨੀਆ ਭਰ ਦੇ ਇਤਿਹਾਸ ਨੂੰ ਪੜ੍ਹੋ। ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਤਿੱਬਤ ਵਿੱਚ ਗਏ ਤੇ ਤਿੱਬਤ ਦੇ ਇਲਾਕੇ ਵਿੱਚ ਅੱਜ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਪੂਜਾ ਹੋ ਰਹੀ ਹੈ। ਸਾਡੇ ਇੱਕ ਬੜੇ ਪੁਰਾਤਨ ਇਤਿਹਾਸਕਾਰ ਡਾਕਟਰ ਤਰਲੋਚਨ ਸਿੰਘ ਜੀ ਹੋਏ, ਉਹ ਕਹਿੰਦੇ ਸੀ ਕਿ ਅਸੀਂ ਉਹਨਾਂ ਸਿੱਖੀ ਦਾ ਪ੍ਰਚਾਰ ਜਿੰਨਾ ਗੁਰੂ ਨਾਨਕ ਦੇਵ ਮਹਾਰਾਜ ਨੇ ਦੇਸ਼ ਦੇਸ਼ਾਂਤਰਾਂ ਦੇ ਵਿੱਚ ਵਿਚਰ ਕੇ ਕੀਤਾ ਸੀ, ਜਿੰਨੀ ਸਿੱਖੀ ਦੀ ਪ੍ਰੋੜਤਾ ਦ੍ਰਿੜਤਾ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖਾਂ ਦੇ ਵਿੱਚ ਲਿਆਂਦੀ ਸੀ, ਉਸ ਤਰੀਕੇ ਨਾਲ ਅਸੀਂ ਪ੍ਰਚਾਰ ਹੀ ਨਹੀਂ ਕਰ ਸਕੇ। ਸੱਚ ਜਾਣਿਓ, ਗਿਆਨੀ ਮਸਕੀਨ ਸਿੰਘ ਜੀ ਇਹ ਗੱਲ ਕਹਿੰਦੇ ਸੀ ਵੀ ਅੱਜ ਤੇ ਸਿੱਖਾਂ ਨੂੰ ਇਸ ਸਾਡਾ ਜ਼ੋਰ ਸਾਰੇ ਦਾ ਸਾਰਾ ਤਾਣ ਇਸ ਗੱਲ ਤੇ ਲੱਗਾ ਹੋਇਆ, ਸਿੱਖਾਂ ਨੂੰ ਸਿੱਖੀ ਸਮਝਾਉਣ ਤੇ। ਅਸੀਂ ਦੂਸਰਿਆਂ ਨੂੰ ਸਿੱਖੀ ਕਿਵੇਂ ਸਮਝਾਉਣੀ ਹੈ ਉਹਦੇ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ।
ਤੇ ਜੇ ਪ੍ਰਚਾਰ ਦਾ ਢੰਗ ਸਿੱਖਣਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲੋਂ ਸਿੱਖਣਾ ਪਵੇਗਾ। ਵੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੇ ਹਰਿਦੁਆਰ ਜਾਂਦੇ ਨੇ, ਗੁਰੂ ਨਾਨਕ ਦੇਵ ਮਹਾਰਾਜ ਜੀ ਉੱਥੇ ਜੋਤੀ ਦੇ ਨਾਲ ਪ੍ਰਚਾਰ ਕਰਦੇ ਤੇ ਹਰਿਦੁਆਰ ਦੇ ਪੰਡਤ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖਿਆ ਲੈ ਰਹੇ ਨੇ। ਜੇ ਜਗਨਨਾਥਪੁਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਜਾਂਦੇ ਨੇ, ਜਿੱਥੇ ਗਗਨ ਮੈਂ ਤਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ। ਇਸ ਪਾਵਨ ਸ਼ਬਦ ਦੀ ਮਹਾਰਾਜ ਜੀ ਨੇ ਰਚਨਾ ਕੀਤੀ। ਆਰਤੀ ਹੋ ਰਹੀ ਸੀ। ਪੁੱਛਿਆ ਮਹਾਰਾਜ ਤੁਸੀਂ ਆਰਤੀ ਨਹੀਂ ਕਰਦੇ? ਤੇ ਮਹਾਰਾਜ ਦਾ ਉੱਤਰ ਸੀ ਵੀ ਮੈਂ ਤੇ ਆਰਤੀ ਕਰ ਰਿਹਾ। ਕਿਹਦੀ ਆਰਤੀ ਕਰ ਰਹੇ ਹੋ? ਮਹਾਰਾਜ ਕਹਿੰਦੇ ਵੀ ਗਗਨ ਮੈਂ ਥਾਲ। ਨਾ ਤੁਹਾਡੇ ਕੋਲ ਥਾਲ ਹੈ, ਨਾ ਦੀਵੇ ਆ, ਨਾ ਘਿਓ ਆ, ਨਾ ਵੱਟੀ ਆ, ਤੇ ਕਿਹਦੀ ਪੂਜਾ ਕਰੀ ਜਾ ਰਹੇ, ਕਿਹਦੀ ਆਰਤੀ ਕਰ ਰਹੇ? ਤੇ ਮਹਾਰਾਜ ਨੇ ਬਾਬਾ ਮਰਦਾਨਾ ਜੀ ਦੇ ਨਾਲ ਕੀਰਤਨ ਕੀਤਾ। ਅੱਜ ਇੰਨਾ ਆਕਾਸ਼ ਸਾਡਾ ਥਾਲ ਬਣਿਆ। ਸਾਡੇ ਕੋਲ 2 ਦੀਵੇ ਨੇ, ਰਾਵ ਤੇ ਚੰਦ, ਸੂਰਜ ਤੇ ਚੰਦਰਮਾ, ਤੇ ਅਸੀਂ ਤਾਂ ਸਾਰੀ ਸ੍ਰਿਸ਼ਟੀ ਦੀ ਆਰਤੀ ਕਰ ਰਹੇ ਹਾਂ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਨੂੰ ਬਦਲ ਦਿੱਤਾ। ਇੱਥੋਂ ਤੱਕ ਗੁਰੂ ਨਾਨਕ ਦੇਵ ਮਹਾਰਾਜ ਜੀ ਜੇ ਮੱਕੇ ਗਏ, ਮੱਕੇ ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਉੱਥੇ ਪਹਿਲਾ ਸਿੱਖ ਰੂਪ ਦੇ ਵਿੱਚ ਸ਼ਹੀਦ ਹੋਇਆ ਕਾਜੀ ਰੁਕਨਦੀਨ। ਹੁਣ ਸਮਾਂ ਹੋ ਚੁੱਕਾ। ਧੰਨ ਨਾਨਕ ਤੇਰੀ ਵੱਡੀ ਕਮਾਈ ਦੀ ਇੱਕ ਅਖੀਰਲੀ ਦਾਸਤਾਨ ਕਹਿ ਕੇ ਆਪਾਂ ਸਮਾਪਤੀ ਵਾਲੇ ਪਾਸੇ ਜਾਣਾ। ਸਤ ਸੰਗਤ ਜੀ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਮੱਕੇ ਗਏ, ਅਰਬ ਦੇਸ਼ਾਂ ਦਾ ਸਫ਼ਰਨਾਮਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੀਜੀ ਉਦਾਸੀ ਸ਼ੁਰੂ ਹੋਈ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਗੀਆਂ ਨੂੰ, ਪੰਡਤਾਂ ਨੂੰ ਮਿਲ ਕੇ ਬੇਬੇ ਨਾਨਕੀ ਜੀ ਦੇ ਕੋਲ ਆਏ। ਮਾਤਾ ਤ੍ਰਿਪਤਾ ਜੀ ਨੂੰ ਨਮਸਕਾਰ ਕੀਤੀ। ਪਿਤਾ ਕਲਿਆਣ ਦਾਸ ਜੀ ਵੀ ਕਾਲ ਚਲਾਣਾ ਕਰ ਗਏ ਤੇ ਮਾਤਾ ਜੀ ਵੀ ਕਰ ਗਏ। ਤੀਸਰੀ ਉਦਾਸੀ ਉਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਰੰਭ ਕੀਤੀ। ਤੇ ਸਾਥੀ ਕਿਹਨੂੰ ਲਿਆ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬਾਬਾ ਮਰਦਾਨਾ ਜੀ ਨੂੰ। ਹਵਾਲਾ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਸਾਨਾ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ। ਨਾਲ ਕੌਣ ਗਿਆ? ਸਾਧ ਸੰਗਤ ਜੀ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਨੰਨ ਸੇਵਕ ਬਾਬਾ ਮਰਦਾਨਾ। ਤੀਸਰੀ ਉਦਾਸੀ ਦੀ ਪ੍ਰਾਰੰਭਤਾ ਹੋ ਗਈ। ਗੁਰੂ ਨਾਨਕ ਦੇਵ ਮਹਾਰਾਜ ਨੂੰ ਪੁੱਛਦਾ ਹੈ ਬਾਬਾ ਕਿੱਧਰ ਜਾਣਾ? ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਮੁਸਕਰਾ ਕੇ ਕਹਿੰਦੇ ਵੀ ਮਰਦਾਨਿਆਂ ਤੈਨੂੰ ਇਸ ਵਾਰ ਹੱਜ ਕਰਾ ਕੇ ਲਿਆਉਣਾ। ਹੱਜ ਇਸਲਾਮ ਦਾ ਪਵਿੱਤਰ ਸਥਾਨ ਜਿਹੜਾ ਕਾਬਾ, ਮੱਕਾ ਸ਼ਹਿਰ, ਕਾਬਾ ਉਹਨਾਂ ਦੀ ਮੁਬਾਰਕ ਇਮਾਰਤ, ਉਹਦੇ ਅੰਦਰ ਇੱਕ ਪੱਥਰ ਸੰਗੇ ਅਸਵਦ। ਉਹ ਕਾਬੇ ਦੀਆਂ ਇਸਲਾਮ ਵਾਲੇ ਵੀ ਜਦੋਂ ਹੱਜ ਕਰਦੇ ਆ 7 ਪਰਿਕਰਮਾ ਕਰਦੇ ਆ। 3 ਤੇਜ਼ ਕਰਦੇ ਆ, 3 ਹੌਲੀ ਹੌਲੀ ਕਰਦੇ ਆ। ਹਰ ਇੱਕ ਪਰਿਕਰਮਾ ਦੇ ਵਿੱਚ ਜਦੋਂ ਜਿਵੇਂ ਆਪਾਂ ਪਰਿਕਰਮਾ ਕਰਦੇ ਆ, ਉਹ ਜਿਹੜਾ ਉਹਨਾਂ ਦਾ ਮੁਬਾਰਕ ਪੱਥਰ ਹੈ ਸੰਗੇ ਅਸਵਦ ਜਿਹਨੂੰ ਕਹਿੰਦੇ, ਉਹਨੂੰ ਚੁੰਮਦੇ ਆ। ਫਿਰ ਉਹ ਸ਼ੈਤਾਨ ਨੂੰ ਪੱਥਰ ਮਾਰਦੇ ਆ। ਠੰਡੀ ਖੂਹੀ ਜਮਜਮ ਦਾ ਪਾਣੀ ਪੀਂਦੇ ਆ। 9-10 ਦਿਨਾਂ ਦੇ ਵਿੱਚ ਇਹ ਜ਼ਿਆਰਤ ਸਮਾਪਤ ਹੁੰਦੀ। ਮਹਾਰਾਜ ਕਹਿੰਦੇ ਤੈਨੂੰ ਹੱਜ ਕਰਾ ਕੇ ਲਿਆਉਣਾ। ਤੇ ਉਹ ਭਾਈ ਗੁਰਦਾਸ ਜੀ ਨੂੰ ਵੇਖੀਏ ਵੀ ਬਾਬਾ ਜੀ ਕਿਵੇਂ ਤੁਰੇ। ਭਾਈ ਗੁਰਦਾਸ ਜੀ ਨੇ ਮਹਿਮਾ ਕੀਤੀ ਨਾ ਗੁਰੂ ਨਾਨਕ ਦੇਵ ਮਹਾਰਾਜ ਦੇ। ਸਭ ਤੋਂ ਵੱਡਾ ਹਵਾਲਾ ਭਾਈ ਗੁਰਦਾਸ ਜੀ ਦੀ ਬਾਣੀ। ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਬਾਬਾ ਫਿਰ ਮੱਕੇ ਗਿਆ। ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਸਤ ਸੰਗਤ ਜੀ, ਇੱਥੇ ਭਾਈ ਗੁਰਦਾਸ ਸਾਹਿਬ ਜੀ ਦੀਆਂ ਵਾਰਾਂ ਦਾ ਅਧਿਐਨ ਕਰਦੇ ਆ। ਬਹੁਤ ਕੋਸ਼ਕਾਰਾਂ ਨੇ ਅਰਥ ਨੀਲ ਬਸਤਰ ਦੇ 2 ਕੀਤੇ ਨੇ। ਬਹੁਤਾਤ ਵਿਦਵਾਨਾਂ ਨੇ ਕਿਹਾ ਵੀ ਅੱਜ ਤੇ ਤੁਸੀਂ ਵੇਖੋ ਵੀ ਜਿਹੜੇ ਹਾਜੀ ਹੱਜ ਕਰਦੇ ਨੇ ਉਹ ਚਿੱਟੇ ਬਸਤਰ ਪਹਿਨਦੇ ਆ। ਕੁਝ ਵਿਦਵਾਨਾਂ ਦਾ ਇਹ ਮੰਨਣਾ ਵੀ ਜਿਸ ਵਕਤ ਗੁਰੂ ਨਾਨਕ ਦੇਵ ਮਹਾਰਾਜ ਜਿਸ ਸਦੀ ਦੇ ਵਿੱਚ ਮੱਕੇ ਦੀ ਜ਼ਿਆਰਤ ਕਰਨ ਵਾਸਤੇ ਗਏ, ਉਦੋਂ ਨੀਲੇ ਬਸਤਰ ਪਹਿਨੇ ਜਾਂਦੇ ਸੀ। ਉਹਨੂੰ ਨੀਲ ਬਸਤਰ ਕਿਹਾ ਜਾਂਦਾ। ਉਹ ਹਵਾਲਾ ਦਿੰਦੇ, ਕੋਈ ਉੱਡ ਹੈ ਨੀਲ, ਕੋਈ ਸਫੇਦ। ਕਿ ਕੋਈ ਨੀਲੇ ਪਹਿਨਦਾ ਤੇ ਕੋਈ ਸਫੇਦ ਪਹਿਨਦਾ। ਇਸਲਾਮ ਸਿਪਾਹੀਆਂ ਦੀ ਵਰਦੀ ਦਾ ਰੰਗ ਵੀ ਪਹਿਲਾਂ ਨੀਲਾ ਸੀ। ਔਰੰਗਜ਼ੇਬ ਦੇ ਸਮੇਂ ਤੱਕ ਬਹੁਤੇ ਮੋਟੇ ਕੱਪੜੇ ਦੇ ਲਿਬਾਸ ਜਿਹੜੇ ਸੀ ਉਹ ਸਿਪਾਹੀਆਂ ਦੇ ਨੀਲੀ ਵਰਦੀ ਦੇ ਵਿੱਚ ਹੁੰਦੇ ਸੀ। ਤੇ ਹਾਜੀਆਂ ਦੇ ਲਿਬਾਸ ਵੀ ਜਿਹੜੇ ਨੀਲੇ ਸੀ।
ਇਹ ਕੁਝ ਵਿਦਵਾਨਾਂ ਦੇ ਮੰਨਣਾ ਵੀ ਬਾਬਾ ਫਿਰ ਮੱਕੇ ਗਿਆ, ਨੀਲ ਬਸਤਰ ਧਾਰੇ ਬਨਵਾਰੀ। ਤੇ ਜਦੋਂ ਹੁਣ ਮੱਕੇ ਦੀ ਜ਼ਿਆਰਤ ਕਰਦੇ ਨੇ ਤੇ ਉਹ ਨਾਲ ਕੁਝ ਨਹੀਂ ਲੈਂਦੇ, ਜਿਹੜਾ ਉਹਨਾਂ ਦਾ ਲਿਬਾਸ ਹੁੰਦਾ ਨਾ ਜੀ, ਜਦੋਂ ਜਿੱਥੋਂ ਜਾ ਕੇ ਮੱਕੇ ਦੀ ਹਜ ਦੀ ਯਾਤਰਾ ਸ਼ੁਰੂ ਹੁੰਦੀ ਹੈ, ਇੱਕ ਉਹਨਾਂ ਦੇ ਕੋਲ ਮੁਸੱਲਾ ਹੁੰਦਾ ਹੈ ਜਿੱਥੇ ਬੈਠ ਕੇ ਉਹ ਨਮਾਜ਼ ਪੜ੍ਹਦੇ। ਇੱਕ ਹਾਜੀਆਂ ਦੇ ਹੱਥ ਦੇ ਵਿੱਚ ਸੋਟਾ ਹੁੰਦਾ, ਹੱਥ ਦੇ ਵਿੱਚ ਮਾਲਾ ਹੁੰਦੀ ਹੈ, ਤੇ ਆਪਣੀ ਕਛ ਦੇ ਵਿੱਚ ਕੁਰਾਨ ਰੱਖਦੇ ਨੇ। ਇਸਲਾਮ ਵਾਲੇ ਇੱਕ ਦਿਨ ਬੋਲ ਰਹੇ ਸੀ, ਉਹਨਾਂ ਦਾ ਵਿਦਵਾਨ ਬੋਲ ਰਿਹਾ ਸੀ, ਜੇ ਧਰਮ ਗ੍ਰੰਥ ਦਾ ਸਤਿਕਾਰ ਸਿੱਖਣਾ ਤੇ ਕੋਈ ਸਿੱਖਾਂ ਕੋ ਸਿੱਖੇ। ਜਿੰਨੇ ਅਸੀਂ ਸਤਿਕਾਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕਰਦੇ ਹਾਂ, ਇਕੱਲੇ ਸਤਿਕਾਰ ਤੱਕ ਸੀਮਤ ਨਾ ਰਹਿ ਜਾਈਏ, ਨਾਲ ਨਾਲੇ ਵੀ ਚੇਤੇ ਰੱਖੀਏ ਬਾਣੀ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਸਤਿਕਾਰ ਤੇ ਸਾਡਾ ਫਰਜ਼ ਬਣਦਾ ਹੈ, ਜਿੰਨਾ ਅਸੀਂ ਆਪਣੇ ਜੀਵਨ ਦਾ ਤਾਣ ਲਾ ਕੇ ਕਰ ਸਕਦੇ ਉਹ ਵੀ ਥੋੜਾ। ਮਹਾਰਾਜ ਦਾ ਸਤਿਕਾਰ ਤੇ ਅਸੀਂ ਕਰ ਹੀ ਨਹੀਂ ਸਕਦੇ। ਅਸੀਂ ਕਾਇਆ ਕਲਪ ਦੇ ਵਿੱਚ ਹੈ, ਪਰਮੇਸ਼ਰ ਤੇ ਅਨਾਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ। ਸਤਿਕਾਰ ਤੇ ਅਸੀਂ ਪਰਮੇਸ਼ਰ ਦਾ ਕਰ ਵੀ ਨਹੀਂ ਸਕਦੇ, ਕਰਨਾ ਬਣਦਾ ਹੈ। ਪਰ ਸਤਿਕਾਰ ਦੇ ਨਾਲ ਨਾਲ ਮਹਾਰਾਜ ਦਾ ਵੀ ਉਪਦੇਸ਼ ਆ ਗਿਆ, ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਨਾਲ ਨਾਲ ਸੰਗਤ ਜੀ ਵੀ ਉਪਦੇਸ਼ ਹੈ, ਸੇਵਕ ਸਿੱਖ ਪੂਜਣ ਸਭ ਆਵੈ, ਸਭ ਗਾਵੈ ਹਰ ਹਰ ਉਤਮ ਬਾਣੀ ਗਾਵਿਆ, ਸੁਣਿਆ ਤਿਨ ਕਾ ਹਰ ਥਾਈ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਰਹੋ ਵਿਚਾਰ। ਬਾਬਾ ਫਿਰ ਮੱਕੀ ਗਿਆ, ਨੀਲ ਬਸਤਰ ਧਾਰੇ ਬਨਵਾਰੀ, ਆਸਾ ਹੱਥ ਆਸਾ ਸੋਟਾ, ਕਿਤਾਬ ਕਸ਼। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਹਾਜੀ ਤੇ ਕੁਰਾਨ ਰੱਖਦੇ ਆ, ਤੇ ਜਿਸ ਕਿਤਾਬ ਦਾ ਜ਼ਿਕਰ ਭਾਈ ਗੁਰਦਾਸ ਸਾਹਿਬ ਜੀ ਨੇ ਕੀਤਾ, ਬਾਬਾ ਨਾਨਕ ਜੀ ਕੋਲ ਕਿਹੜੀ ਕਿਤਾਬ ਸੀ? ਇਤਿਹਾਸਕ ਗ੍ਰੰਥਾਂ ਦਾ ਅਧਿਐਨ ਕਰਨ ਤੋਂ ਪਤਾ ਲੱਗਦਾ ਕਿ ਗੁਰੂ ਬਾਬਾ ਜੀ ਜਿਸ ਭਗਤ ਸਾਹਿਬਾਨ ਦੇ ਕੋਲ ਗਏ ਸੀ, ਉਹਨਾਂ ਦੀ ਬਾਣੀ ਦਾ ਉਤਾਰਾ ਕਰਕੇ। ਜੇ ਬਾਬਾ ਫਰੀਦ ਸਾਹਿਬ ਜੀ ਦੇ ਪੋਤੇ ਚੇਲੇ ਨੂੰ ਮਿਲੇ, ਆਪਣੀ ਬਾਣੀ ਆਸਾ ਜੀ ਦੀ ਵਾਰ ਦੀਆਂ 15 ਪੌੜੀਆਂ 9 ਪੌੜੀਆਂ ਮਾਫ ਕਰਨਾ 9 ਪੌੜੀਆਂ ਉੱਥੇ ਉਚਾਰੀਆਂ ਸ਼ੇਖ ਬ੍ਰਹਮ ਦੇ ਕੋਲ, ਉਹ ਵੀ ਮਹਾਰਾਜ ਜੀ ਨੇ ਲਿਖੀ। ਬਾਬਾ ਫਰੀਦ ਸਾਹਿਬ ਜੀ ਦੀ ਬਾਣੀ ਦਾ ਉਤਾਰਾ ਕੀਤਾ। ਜੇ ਕਬੀਰ ਸਾਹਿਬ ਜੀ ਦੇ ਅਨੁਯਾਈਆਂ ਨੂੰ ਮਿਲੇ, ਉੱਥੋਂ ਬਾਬਾ ਕਬੀਰ ਸਾਹਿਬ ਜੀ ਦੀ ਬਾਣੀ ਇਕੱਤਰ ਕੀਤੀ। ਬਾਬਾ ਨਾਮਦੇਵ ਜੀ ਦੀ, ਬਾਬਾ ਜੈਦੇਵ ਜੀ ਦੀ, ਬਾਬਾ ਭਗਤ ਪੀਪਾ ਜੀ ਦੀ ਬਾਣੀ ਇਕੱਤਰ ਕੀਤੀ। ਉਹ ਸਾਰੀ ਦੀ ਸਾਰੀ ਇਕੱਤਰ ਕੀਤੀ ਹੋਈ ਪੋਥੀ ਬਾਬਾ ਨਾਨਕ ਜੀ ਆਪਣੇ ਨਾਲ ਰੱਖਦੇ ਸੀ, ਕਿਉਂਕਿ ਜਾਣਾ ਹੁੰਦਾ ਸੀ ਦੇਸ਼ ਦੇਸ਼ਾਂਤਰਾਂ ਨੂੰ, ਬਾਣੀ ਦਾ ਉਚਾਰਨ ਹੋਣਾ, ਨਾਲ ਨਾਲ ਉਹ ਪੋਥੀ ਸਾਹਿਬ ਜਿਹੜੀ ਸੀ ਉਹ ਬਾਬਾ ਨਾਨਕ ਜੀ ਦੇ ਕੋਲ ਸੀ। ਆਸਾ ਹੱਥ ਕਿਤਾਬ ਕਸ਼ ਕੂਜਾ ਬਾਗ ਮੁਸੱਲਾ ਧਾਰੀ, ਇਹ ਚੀਜ਼ਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਲਈਆਂ। ਕਿੱਥੇ ਪਹੁੰਚ ਗਏ? ਜਿੱਥੇ ਉਹਨਾਂ ਦਾ ਪਵਿੱਤਰ ਸ਼ਹਿਰ ਮੱਕਾ, ਮੱਕੇ ਦੇ ਅੰਦਰ ਕਾਬਾ, ਜਿੱਥੇ ਜਾ ਕੇ ਹਾਜੀ ਹਜ ਗੁਜ਼ਾਰਦੇ ਨੇ, ਜਾਂ ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹਜ ਗੁਜ਼ਾਰੀ। ਗੁਰੂ ਨਾਨਕ ਦੇਵ ਮਹਾਰਾਜ ਜੀ ਮਸੀਤ ਵਿੱਚ ਪਹੁੰਚ ਗਏ। ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਮਸੀਤ ਵਿੱਚ ਪਹੁੰਚ ਕੇ, ਤੇ ਮਨਾਂ ਦੇ ਵਿੱਚ ਇੱਕ ਬੜਾ ਵੱਡਾ ਭਰਮਗੜ੍ਹ ਸੀ, ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ, ਅੱਜ ਤੇ ਅਸੀਂ ਇਸ ਗੱਲ ਤੋਂ ਗੁਰੇਜ਼ ਕਰ ਰਹੇ ਹਾਂ ਨਾ ਕਿ ਮੱਕਾ ਫਿਰਿਆ ਕਿ ਨਹੀਂ ਫਿਰਿਆ, ਮਨ ਫਿਰ ਗਏ, ਕੀ ਹੋ ਗਿਆ। ਪਰ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਹੌਸਲਾ ਵੇਖੋ। ਬਾਬਰ ਨੂੰ ਜਾਬਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਦੇ ਮੂੰਹ ਤੇ ਕਹਿ ਦਿੱਤਾ, ਤੇਰਾ ਪ੍ਰਬੰਧ ਠੀਕ ਨਹੀਂ। ਤੇ ਉਹਨਾਂ ਦੇ ਗੜ੍ਹ ਦੇ ਵਿੱਚ ਜਾ ਕੇ ਉਹਨਾਂ ਦਾ ਭਰਮ ਤੋੜ ਰਿਹਾ। ਕੀ ਭਰਮ ਤੋੜ ਰਿਹਾ? ਵੀ ਰੱਬ ਸਿਰਫ ਇੱਕੇ ਦਿਸ਼ਾ ਦੇ ਵਿੱਚ ਮੰਨਿਆ, ਵੀ ਕੋਈ ਚੜ੍ਹਦੇ ਨੂੰ ਸੂਰ ਸਿਰ ਨਿਵਾਰਿਆ ਤੇ ਕੋਈ ਪੱਛਮ ਵਾਲੇ ਪਾਸੇ ਨਿਵਾਰਿਆ। ਮੈਂ ਸਿਰਫ ਇਸ਼ਾਰਾ ਕਰ ਦਿੱਤਾ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਸਾਨੂੰ ਦੱਸ ਰਹੀ ਹੈ। ਇਹ ਕੋਈ ਕਹਿੰਦਾ ਰੱਬ ਇੱਧਰ ਹੈ, ਕੋਈ ਕਹਿੰਦਾ ਇੱਧਰ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਭਰਮ ਤੋੜਨ ਜਾ ਰਹੇ ਸੀ ਵੀ ਰੱਬ ਹਰ ਪਾਸੇ ਮੌਜੂਦ ਹੈ। ਜਾਂ ਬੈਠਾ ਜਾਏ ਮਸੀਤ ਵਿੱਚ, ਜਿੱਥੇ ਹਾਜੀ ਹਜ ਉਚਾਰੀ, ਜਾਂ ਬਾਬਾ ਸੁੱਤਾ ਰਾਤ ਨੂੰ, ਵੱਲ ਮਹਿਰਾਬੇ ਪਾਏ ਪਸਾਰੀ। ਮਹਿਰਾਬ ਕਾਬੇ ਦਾ ਸਥਾਨ। ਹੁਣ ਜਿਹੜਾ ਉੱਥੇ ਜਮਾਵਰ ਸੀ, ਜਿਹਦਾ ਨਾਮ ਭਾਈ ਗੁਰਦਾਸ ਜੀ ਨੇ ਜੀਵਨ ਕਰਕੇ ਲਿਖਿਆ, ਅਖੀਰਲੀ ਈਸ਼ਾ ਦੀ ਨਮਾਜ਼ ਤੋਂ ਬਾਅਦ ਸਾਰੇ ਘਰੋਂ ਘਰੇ ਚਲੇ ਗਏ। ਜਦੋਂ ਅੰਮ੍ਰਿਤ ਵੇਲੇ ਫਜਰ ਦੀ ਨਮਾਜ਼ ਦਾ ਸਮਾਂ ਹੋਇਆ, ਮਸੀਤ ਵਿੱਚ ਆਇਆ, ਕਾਬੇ ਵਿੱਚ ਆਇਆ, ਕੀ ਵੇਖਿਆ? ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਚਰਨ ਜਿਹੜੇ ਸੀ ਕਾਬੇ ਦੀ ਇਮਾਰਤ ਨਾਲ ਜੋੜੇ ਹੋਏ, ਤੇ ਜੀਵਨ ਜਿਹੜਾ ਸੀ ਉਹਨੂੰ ਅੱਗ ਬਬੋਲਾ ਹੋ ਗਿਆ ਵੀ ਇਹਨੂੰ ਅਸੀਂ ਪਵਿੱਤਰ ਸਥਾਨ ਮੰਨਦੇ ਹਾਂ,
ਇਹ ਹਿੰਦੀ ਚੱਲ ਕੇ ਪੀਰ ਆਇਆ, ਕਾਫਰ ਆਇਆ, ਇਹ ਉਹਨਾਂ ਦੀ ਬੋਲੀ, ਮਾਫ ਕਰਨਾ ਜੋ ਉਹਨੇ ਬੋਲਿਆ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਕਿ ਜੀਵਨ ਮਾਰੀ ਲੱਤ ਦੀ ਕਿਹੜਾ ਸੁੱਤਾ ਕੁਫਰ ਕੁਫਾਰੀ। ਇਹ ਭਾਈ ਗੁਰਦਾਸ ਜੀ ਦੇ ਬਚਨ ਨੇ, ਜੀਵਨ ਮਾਰੀ ਲੱਤ ਦੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜੀਵਨ ਕਾਜੀ ਨੇ ਲੱਤ ਮਾਰੀ, ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਜਦੋਂ ਲੱਤ ਪਈ, ਭਾਈ ਸਾਹਿਬ ਇਸ਼ਾਰਾ ਕਰ ਦਿਓ ਜਦੋਂ ਰਾਗੀ ਸਿੰਘ ਆ ਗਏ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਜੀਵਨ ਕਾਜੀ ਨੇ ਲੱਤ ਮਾਰੀ, ਤੇ ਮਹਾਰਾਜ ਜੀ ਨੇ ਬੜੇ ਮਿੱਠੇ ਲਹਿਜੇ ਦੇ ਵਿੱਚ ਅੱਗੋਂ ਉੱਤਰ ਦਿੱਤਾ। ਉਹ ਕਹਿੰਦਾ ਵੀ ਤੁਸੀਂ ਸਾਡੇ ਪਵਿੱਤਰ ਕਾਬੇ ਵੱਲ, ਅੱਲਾ ਦੇ ਘਰ ਵੱਲ ਪੈਰ ਕਿਉਂ ਕੀਤੇ? ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਵੀ ਜਿਹੜੇ ਪਾਸੇ ਅੱਲਾ ਦਾ ਘਰ ਨਹੀਂ ਸਾਡੇ ਪੈਰ ਉਸ ਪਾਸੇ ਕਰਦੇ। ਤੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਟੰਗੋਂ ਪਕੜ ਕਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਲੱਤ ਫੜੀ, ਪੈਰ ਫੜਿਆ ਤੇ ਦੂਸਰੇ ਪਾਸੇ ਕਰ ਦਿੱਤਾ, ਤੇ ਫਿਰ ਆਪਣੇ ਕੰਮ ਵਿੱਚ ਰੁੱਝ ਗਿਆ। ਕੀ ਵੇਖਦਾ ਹੈ? ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨ ਜਿਸ ਪਾਸੇ ਨੇ, ਉਹਨੂੰ ਐਵੇਂ ਪ੍ਰਤੀਤ ਹੁੰਦਾ ਵੀ ਕਾਬਾ ਉਸ ਪਾਸੇ ਚਲਾ ਗਿਆ। ਹੋਏ ਹੈਰਾਨ ਕਰੇਨ ਜੁਹਾਰੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇਹ ਅਚਰਜ ਕੌਤਕ ਵੇਖ ਕੇ ਹੈਰਾਨ ਰਹਿ ਗਿਆ ਜੀਵਨ। ਫਿਰ ਭੱਜਾ ਗਿਆ ਜਿਹੜਾ ਉਸ ਵਕਤ ਦਾ ਸਭ ਤੋਂ ਵੱਡਾ ਕਾਜੀ ਸੀ, ਜਿਹਦਾ ਨਾਮ, ਇਹਦੀ ਗੋਸ਼ਟ ਹੋਈ ਮੱਕੇ ਮਦੀਨੇ ਦੀ ਗੋਸ਼ਟ, ਜਿਹੜੀ ਜਨਮ ਸਾਖੀ ਵਿਲਾਇਤ ਵਾਲੇ ਜਨਮ ਸਾਖੀ ਦੇ ਵਿੱਚ ਦਰਜ ਹੈ, ਕਾਜੀ ਰੁਕਨਦੀਨ, ਉਹਦੇ ਕੋਲ ਗਿਆ। ਜਾ ਕੇ ਉੱਚੀ ਆਵਾਜ਼ ਦੇ ਵਿੱਚ ਕਿਹਾ, ਜਿਸ ਰੱਬ ਦੇ ਘਰ ਦੀ ਤੁਸੀਂ ਗੱਲ ਕਰਦੇ ਹੋ ਕਿ ਕਾਬਾ ਰੱਬ ਦਾ ਘਰ ਹੈ, ਅੱਜ ਕਾਬਾ ਉਸ ਰੱਬ ਦੇ ਘਰ ਦਾ ਮਾਲਕ ਆ ਗਿਆ, ਉਹਦੀਆਂ ਪਰਿਕਰਮਾ ਕਰ ਰਿਹਾ। ਕਿ ਮੈਂ ਆਪਣੇ ਕੋਲੋਂ ਨਹੀਂ ਕਹਿ ਰਿਹਾ, ਹਸਤ ਖੇਲ ਤੇਰੇ ਦੇਹੁਰੇ ਆਇਆ, ਭਗਤ ਕਰਤ ਨਾਮਾ ਪਕਰ ਉਠਾਇਆ, ਹੀਨੜੀ ਜਾਤ ਮੇਰੀ ਜਦ ਜਦ ਮਰਾਇਆ, ਸ਼ੀਪੇ ਕੇ ਜਨਮ ਕਾਹੇ ਕੋ ਆਇਆ, ਲੈ ਕਮਲੀ ਚੱਲਿਓ ਪਲਟਾਏ, ਦੇਹੁਰੇ ਪਾਸ਼ਾ ਬੈਠਾ ਜਾਏ, ਜਿਉਂ ਜਿਉਂ ਨਾਮਾ ਹਰ ਗੁਣ ਉਚਰੈ, ਭਗਤ ਜਨਾ ਕੋ ਦੇਹੁਰਾ ਫਿਰੈ। ਕਾਜੀ ਰੁਕਨਦੀਨ ਆਇਆ, ਗੁਰੂ ਨਾਨਕ ਦੇਵ ਮਹਾਰਾਜ ਨਾਲ ਵਿਚਾਰ ਚਰਚਾ ਹੋਈ, ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਪ੍ਰਾਪਤ ਹੋਈ। ਧੰਨ ਨਾਨਕ ਤੇਰੀ ਵੱਡੀ ਕਮਾਈ। ਬੜੀ ਲੰਬੇਰੀ ਵਿਚਾਰ ਹੈ ਗੁਰੂ ਨਾਨਕ ਦੇਵ ਮਹਾਰਾਜ ਦੇ ਨਾਲ। ਬੜੇ ਗੰਭੀਰ ਪ੍ਰਸ਼ਨ ਨੇ ਗੁਰੂ ਨਾਨਕ ਦੇਵ ਮਹਾਰਾਜ ਦੇ ਸਾਹਮਣੇ। ਸੈਯਦ ਪ੍ਰਿਥੀਪਾਲ ਸਿੰਘ ਸਾਹਿਬ ਜੀ, ਜਿਹੜੇ ਪਹਿਲਾਂ ਇਸਲਾਮ ਦੇ ਵਿੱਚ ਸੀ, ਮੁਸ਼ਤਾਕ ਹੁਸੈਨ ਉਹਨਾਂ ਦਾ ਨਾਮ ਸੀ, ਉਹਨਾਂ ਦੀ ਇੱਕ ਲਿਖਤ ਪੁਸਤਕ ਜਿਹੜੀ ਤਾਜਦੀਨ ਨਾਮਕ ਲੇਖਕ ਨੇ, ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਅਰਬ ਮੱਕੇ ਦੀ ਯਾਤਰਾ ਦੇ ਕਰਨ ਵਾਸਤੇ ਗਏ, 2 ਸਾਲ ਇਹਨਾਂ ਦੇ ਨਾਲ ਰਹੇ, ਉਹ ਅੱਖੀਂ ਡਿੱਠੇ ਹਾਲ ਸੈਯਦ ਪ੍ਰਿਥੀਪਾਲ ਸਿੰਘ ਜੀ ਨੇ ਪੜ੍ਹੇ। ਸਿਆਹੂ ਤੋਂ ਬਾਬਾ ਨਾਨਕ, ਪੰਜਾਬੀ ਦੇ ਵਿੱਚ ਅਰਥ ਕਰਾਂਗੇ ਅਰਬ ਦੇਸ਼ਾਂ ਦਾ ਸਫ਼ਰਨਾਮਾ, ਉਹਦੇ ਵਿੱਚ ਇਹ ਗੱਲ ਲਿਖੀ ਹੋਈ ਹੈ। ਕਾਜੀ ਰੁਕਨਦੀਨ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਅਜ਼ਮਤ ਵਡਿਆਈ ਤੋਂ ਪ੍ਰਭਾਵਿਤ ਹੋ ਕੇ ਸਿੱਖੀ ਦੇ ਫਲਸਫੇ ਦਾ ਧਾਰਨੀ ਹੋ ਗਿਆ। ਜਿਹਨੂੰ ਕਾਫਰ ਕਹਿ ਰਹੇ ਸੀ, ਕੁਫਰ ਕਹਿ ਰਹੇ ਸੀ, ਜਿਹੜਾ ਉਸ ਵਕਤ ਦਾ ਸ਼ਰੀਅਤ ਦਾ ਸਭ ਤੋਂ ਵੱਡਾ ਕਾਜੀ ਗੁਰੂ ਨਾਨਕ ਦੇਵ ਮਹਾਰਾਜ ਦੀ ਵਡਿਆਈ ਤੋਂ ਪ੍ਰਭਾਵਿਤ ਹੋ ਕੇ ਸਾਧ ਸੰਗਤ ਜੀ ਸਿੱਖੀ ਧਾਰਨ ਕਰ ਲਈ। ਤੇ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਮੱਕੇ ਦੀ ਜ਼ਿਆਰਤ ਛੱਡ ਕੇ ਕੂਫਾ, ਅਗਾਂਹ ਇਰਾਕ, ਈਰਾਨ, ਬਗਦਾਦ ਵਾਲੇ ਪਾਸੇ ਗਏ, ਤੇ ਮੱਕੇ ਦੇ ਵਿੱਚ ਰੌਲਾ ਪੈ ਗਿਆ। ਇੱਕ ਹਿੰਦ ਤੋਂ ਚੱਲ ਕੇ ਪੀਰ ਆਇਆ, ਤੇ ਕਾਜੀ ਰੁਕਨਦੀਨ ਜਿਹੜਾ ਉਹਦਾ ਅਨੁਯਾਈ ਹੋ ਗਿਆ, ਉਹਦੀ ਸਿੱਖੀ ਧਾਰਨ ਕਰ ਲਈ ਹੈ, ਤੇ ਇਹ ਵੀ ਕਾਫਰ ਹੋ ਗਿਆ। ਇਹਨੂੰ ਇਹਦੇ ਕੁਫਰ ਦੀ ਜਿਹੜੀ ਸਜ਼ਾ ਮਿਲਣੀ ਚਾਹੀਦੀ, ਸਜ਼ਾਏ ਮੌਤ। ਇਸਲਾਮ ਦੀ ਜਿਹੜੀ ਤਰੀਕ ਇਸ ਗੱਲ ਦੀ ਗਵਾਹੀ ਭਰਦੀ ਹੈ ਵੀ ਜਦੋਂ ਕਿਸੇ ਨੂੰ ਸਜ਼ਾਏ ਮੌਤ ਦਿੰਦੇ ਆ ਤੇ ਬੜੀ ਭਿਆਨਕ ਮੌਤ ਦੀ ਸਜ਼ਾ ਉਹ ਦਿੰਦੇ ਆ। ਤੇ ਅਫਗਾਨ ਦੇ ਵਿੱਚ, ਮੱਕੇ ਦੇ ਵਿੱਚ ਸਭ ਤੋਂ ਵੱਡੀ ਸਜ਼ਾ ਮੰਨੀ ਜਾਂਦੀ ਸੀ ਵੀ ਧਰਤੀ ਵਿੱਚ ਦੱਬ ਦੇਣਾ ਤੇ ਸਿਰ ਦੇ ਵਿੱਚ ਪੱਥਰ ਮਾਰਨੇ। ਤੇ ਸਾਧ ਸੰਗਤ ਜੀ, ਕਾਜੀ ਰੁਕਨਦੀਨ ਨੂੰ ਫਤਵਾ ਮੌਤ ਦਿੱਤਾ ਗਿਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਦੀ ਸਿੱਖੀ ਧਾਰਨ ਕਰਨ ਕਰਕੇ ਫਤਵਾ ਮੌਤ ਦੇ ਕੇ ਧਰਤੀ ਵਿੱਚ ਦੱਬ ਦਿੱਤਾ ਗਿਆ। ਮੱਕੇ ਦੇ ਲੋਕਾਂ ਨੇ ਪੱਥਰ ਮਾਰੇ,
ਕਾਜੀ ਰੁਕਨਦੀਨ ਦਾ ਅਖੀਰਲਾ ਬਿਆਨ ਦਰਜ ਕਰਨ ਵਾਸਤੇ ਉੱਥੋਂ ਦੇ ਰਾਜੇ ਨੇ ਜਦੋਂ ਆਪਣੇ ਅਹਿਲਕਾਰ ਭੇਜੇ ਤੇ ਕਾਜੀ ਰੁਕਨਦੀਨ ਦਾ ਉੱਤਰ ਸੁਣਨ ਵਾਲਾ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ, ਜਿਹੜੀ ਹੈ ਆਪਾਂ ਵਿਚਾਰ ਰਹੇ ਹਾਂ। ਕਾਜੀ ਰੁਕਨਦੀਨ ਨੂੰ ਪੁੱਛਿਆ ਵੀ ਹੁਣ ਤੂੰ ਮੌਤ ਸਾਹਮਣੇ ਵੇਖ ਰਿਹਾ ਹੈ ਤੇ ਹੁਣ ਦੱਸ ਤੂੰ ਕੀ ਕਹਿਣਾ ਚਾਹੁੰਦਾ। ਤੇ ਕਾਜੀ ਰੁਕਨਦੀਨ ਨੇ ਉਸ ਵਕਤ ਸਾਧ ਸੰਗਤ ਜੀ ਉੱਤਰ ਦਿੱਤਾ ਸੀ ਵੀ ਮੈਨੂੰ ਮੌਤ ਨਹੀਂ ਦਿਸ ਰਹੀ, ਮੈਨੂੰ ਮੇਰੇ ਸਾਹਮਣੇ ਗੁਰੂ ਨਾਨਕ ਦਿਸ ਰਿਹਾ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੈਨੂੰ ਇਹ ਉਪਦੇਸ਼ ਦਿੱਤਾ ਸੀ, ਜਦੋਂ ਵੀ ਤੇਰੇ ਸਰੀਰ ਦਾ ਅਖੀਰਲਾ ਸਵਾਸ ਹੋਵੇ ਉਦੋਂ ਵੀ ਸੱਚ ਦਾ ਪ੍ਰਚਾਰ ਹੀ ਕਰਦਾ ਰਹੀਂ। ਤੇ ਮੈਂ ਅੱਜ ਵੀ ਕਹਿਣਾ, ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਮਹਾਰਾਜ ਜੀ ਅਜਮਤਾਂ ਵਾਲੇ, ਰਹਿਮਤਾਂ ਵਾਲੇ ਦਾਤੇ ਨੇ। ਜੇ ਆਪਣਾ ਭਲਾ ਚਾਹੁੰਦੇ ਹੋ, ਆਪਣੇ ਆਪ ਨੂੰ ਬਖਸ਼ ਦੇ ਵਿੱਚ ਪਾਉਣਾ ਚਾਹੁੰਦੇ ਹੋ, ਤੇ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ ਨਾਲ ਜੁੜ ਜਾਓ। ਤੇ ਅਖੀਰਲੇ ਸਵਾਸ ਇੱਥੇ ਜਿਹੜੇ ਸੀ ਉਹਨਾਂ ਨੇ ਸਮਾਪਤ ਕਰ ਦਿੱਤੇ। ਇਹ ਮੱਕੇ ਦੀ ਜ਼ਿਆਰਤ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਾਧ ਸੰਗਤ ਜੀ ਜਦੋਂ ਕੀਤੀ, ਇਹ ਪਹਿਲਾ ਸ਼ਹੀਦ ਗੁਰੂ ਨਾਨਕ ਦੇਵ ਮਹਾਰਾਜ ਦੇ ਸਮੇਂ ਹੋਇਆ ਕਾਜੀ ਰੁਕਨਦੀਨ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਵਿਚਾਰਦੇ ਹਾਂ ਸਾਧ ਸੰਗਤ ਜੀ। ਆਪਾਂ ਗੁਰੂ ਨਾਨਕ ਦੇਵ ਮਹਾਰਾਜ ਬਾਬਾ ਜੀ ਦੀ ਗੱਲ ਇੱਥੋਂ ਆਰੰਭ ਕੀਤੀ ਸੀ। ਸਿੱਧ ਗੋਸ਼ਟ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਹੋਈ ਤੇ ਗੋਸ਼ਟੀ ਕਰਦਿਆਂ ਕਰਦਿਆਂ ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਸਿੱਧਾ ਕੀਤੀ। ਧੰਨ ਨਾਨਕ ਤੇਰੀ ਵੱਡੀ ਕਮਾਈ, ਵੱਡਾ ਪੁਰਖ ਪ੍ਰਗਟਿਆ, ਕਲ ਯੁਗ ਅੰਦਰ ਜੋਤ ਜਗਾਈ, ਬਾਬੇ ਤਾਰੇ ਚਾਰ ਚੱਕ, ਨੌ ਕੰਡ ਪ੍ਰਿਥਵੀ ਸੱਚਾ ਢੋਆ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਕਿਰਪਾ ਕਰਨ, ਤਿਨਾਂ ਦੇ ਪਾਵਨ ਪ੍ਰਕਾਸ਼ ਗੁਰਪੁਰਬ ਦੇ ਸੰਬੰਧ ਦੇ ਵਿੱਚ ਜੋ ਪ੍ਰਬੰਧਕ ਸਾਹਿਬਾਨਾਂ ਦੇ ਵੱਲੋਂ ਗੁਰਦੁਆਰਾ ਸਾਹਿਬ ਗੁਰਮਤਿ ਸਮਾਗਮ ਆਯੋਜਿਤ ਕੀਤਾ ਗਿਆ, ਉਸ ਦੇ ਵਿੱਚ ਗੁਰੂ ਮਹਾਰਾਜ ਜੀ ਦੀ ਹਜ਼ੂਰੀ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸਾਡੀ ਸਾਰਿਆਂ ਉੱਪਰ ਕਿਰਪਾ ਕਰਨ। ਗੁਰੂ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਪਾਂ ਬੈਠੇ ਆ। ਸਤਸੰਗ ਜੀ ਪਿੱਛੇ ਵੀ ਬੇਨਤੀ ਕਰਕੇ ਆਏ ਆ, ਜੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਾਕਈ ਆਪਾਂ ਸੱਚੇ ਸਿੱਖ ਬਣਨਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਬਣਾਉਣਾ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਦੇ ਜ਼ਰੂਰ ਧਾਰਨੀ ਹੋਈਏ। ਘੱਟ ਤੋਂ ਘੱਟ ਜਪਜੀ ਸਾਹਿਬ ਜਿਹੜਾ ਹੈ ਇਹ ਸਾਨੂੰ ਕੰਠ ਹੋਣਾ ਬਹੁਤ ਜ਼ਰੂਰੀ ਹੈ। ਸਾਡੇ ਬੱਚਿਆਂ ਤੱਕ, ਸਾਡੇ ਪੁਰਾਣੇ ਸਮੇਂ ਦੇ ਵਿੱਚ ਘਰ ਦੇ ਵਿੱਚ ਉਹਨਾਂ ਚਿਰ ਤੱਕ ਖਾਣਾ ਨਹੀਂ ਸੀ ਦਿੱਤਾ ਜਾਂਦਾ ਜਿੰਨਾ ਚਿਰ ਤੱਕ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਸੰਪੂਰਨ ਹੋ ਜਾਂਦਾ। ਬਲਿਓ ਚਰਾਗ ਪ੍ਰਿੰਸੀਪਲ ਸਤਬੀਰ ਸਿੰਘ ਕਹਿੰਦੇ ਵੀ ਮੇਰੀ ਮਾਂ ਮੈਨੂੰ ਉਹਨਾਂ ਚਿਰ ਤੱਕ ਰੋਟੀ ਨਹੀਂ ਸੀ ਦਿੰਦੀ, ਚਾਹ ਨਹੀਂ ਸੀ ਦਿੰਦੀ ਜਿੰਨਾ ਚਿਰ ਤੱਕ ਜਪਜੀ ਸਾਹਿਬ ਦਾ ਪਾਠ ਨਹੀਂ ਸੀ ਸੰਪੂਰਨ ਹੋ ਜਾਂਦਾ। ਤੇ ਆਪਾਂ ਵੀ ਗੁਰਪੁਰਬ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਮਨਾਉਣ ਵਾਸਤੇ ਇਕੱਤਰ ਹੋਏ ਆ। ਗੁਰੂ ਨਾਨਕ ਦੇਵ ਮਹਾਰਾਜ ਜੀ ਕੋਲ ਝੋਲੀ ਅੱਡ ਕੇ ਮੰਨੀਏ, ਬਾਬਾ ਜੀ ਕਿਰਪਾ ਕਰੋ, ਤਰੁੱਟ ਕੇ ਜਪਜੀ ਸਾਹਿਬ ਦੀ ਦਾਤ ਜਿਹੜੀ ਹੈ ਉਹ ਸਾਡੇ ਹਿਰਦਿਆਂ ਵਿੱਚ ਵਸਾ ਦਿਓ ਤਾਂ ਕਿ ਸਾਡਾ ਵੀ ਭਲਾ ਹੋ ਸਕੇ। ਇੱਥੇ ਭਾਈ ਸਮਾਪਤੀ ਹੈ ਭੁੱਲ ਚੁੱਕ ਦੀ ਖਿਮਾ। ਬਹੁਤ ਬਹੁਤ ਧੰਨਵਾਦ ਪ੍ਰਬੰਧਕ ਜਨਾਂ ਦਾ, ਪ੍ਰਬੰਧਕ ਕਮੇਟੀ ਦਾ, ਖਾਸ ਕਰਕੇ ਭਾਈ ਜਸਪਾਲ ਸਿੰਘ ਜੀ ਦਾ, ਜਿਨ੍ਹਾਂ ਨੇ ਆਪ ਜੀ ਸੰਗਤਾਂ ਦਾ ਸੁਨੇਹਾ ਦਾਸਰੇ ਤੱਕ ਪਹੁੰਚਾਇਆ। ਆਪ ਜੀ ਦੀ ਸੇਵਾ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਪ੍ਰਾਪਤ ਹੋਇਆ। ਭੁੱਲ ਚੁੱਕ ਦੀ ਖਿਮਾ ਲਵਾਓ ਹਾਜ਼ਰੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਸਤਿਕਾਰਯੋਗ ਭਾਈ ਧਰਮਵੀਰ ਸਿੰਘ ਜੀ ਹਜ਼ੂਰੀ ਰਾਗੀ ਸਾਹਿਬਾਨ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਉਚੇਚੇ ਤੌਰ 'ਤੇ ਹਾਜ਼ਰੀ ਭਰਨ ਆਏ ਨੇ। ਉਹਨਾਂ ਦਾ ਸਮਾਂ ਹੈ ਜੀ ਬੜੇ ਟਿਕਾ ਦੇ ਨਾਲ ਗੁਰੂ ਦਾਸਿਆਂ ਪਾਸੋਂ ਕੀਰਤਨ ਦੀ ਸੇਵਾ ਜਿਹੜੀ ਸੀ ਉਹਨਾਂ ਪਾਸੋਂ ਲੈਣ। ਮਹਾਰਾਜ ਕਿਰਪਾ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।